ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਮੁਲਾਕਾਤ ਪ੍ਰੋਗਰਾਮ ਵਿੱਚ ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ UK ਦੇ ਪਹਿਲੇ ਸਿੱਖ ਸਰਦਾਰ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ, ਜਿਹੜੇ ਕਿ ਕੈਲੀਫੋਰਨੀਆ ਦੇ ਦੌਰੇ 'ਤੇ ਆ। ਉਹਨਾਂ ਨਾਲ ਅਸੀਂ ਅੱਜ ਜਿੱਥੇ ਉਹਨਾਂ ਦੀ ਜੀਵਨੀ ਬਾਰੇ ਗੱਲਬਾਤ ਕਰਾਂਗੇ, ਉਸ ਦੇ ਨਾਲ ਨਾਲ ਇਮੀਗ੍ਰੇਸ਼ਨ ਦਾ ਕੀ ਸਟੇਟਸ ਚੱਲ ਰਿਹਾ ਇਸ ਵੇਲੇ, NRIs ਪ੍ਰੋਬਲਮ ਜਿਹੜੀਆਂ ਹੈਗੀਆਂ UK 'ਚ ਉਹ ਕਿਸ ਤਰੀਕੇ ਦੀਆਂ ਹੁੰਦੀਆਂ, ਤੇ ਉਹਦੇ ਲਈ ਇਹਨਾਂ ਦਾ ਉੱਥੇ ਕੀ ਯੋਗਦਾਨ ਆ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਮੌਜੂਦਾ ਜਿਹੜੇ ਹੈਗੇ ਆ ਪ੍ਰੋਬਲਮਸ ਜਿਹੜੀਆਂ ਆਉਂਦੀਆਂ, ਉਹਦੇ ਬਾਰੇ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਰੰਧਾਵਾ ਸਾਹਿਬ। ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਤੁਹਾਡੇ ਸਟੂਡੀਓ ਦੇ ਵਿੱਚ ਆ ਕੇ, ਤੁਹਾਡੇ ਇਲਾਕੇ ਦੇ ਵਿੱਚ। ਇਸ ਦਫਾ ਮੈਂ ਕੈਲੀਫੋਰਨੀਆ ਦੀ ਜਿਹੜੀ ਸੰਖੇਪ ਜੀ ਫੇਰੀ ਸੀ, ਸਾਡੇ ਬਹੁਤ ਹੀ ਅਜ਼ੀਜ਼ ਸਾਡੇ ਸਤਿਕਾਰਯੋਗ ਫੁੱਫੜ ਜੀ ਸਰ ਮੱਖਣ ਸਿੰਘ ਜੀ ਚੱਟੂ, ਉਹਨਾਂ ਦੇ ਸੁਪੁੱਤਰ ਅਮਰਪ੍ਰੀਤ ਸਿੰਘ ਦਾ ਵਿਆਹ ਸੀ। ਪਹਿਲਾਂ ਤਾਂ ਵਧਾਈਆਂ ਜੀ। ਬਹੁਤ ਬਹੁਤ ਮਿਹਰਬਾਨੀ। ਸੋ ਇਹ ਥੋੜ੍ਹੇ ਸਮੇਂ ਦੇ ਵਿੱਚ ਹੀ ਪ੍ਰੋਗਰਾਮ ਲਿਖਿਆ ਗਿਆ ਤਾਂ ਮੈਂ ਇੱਥੇ ਆਇਆ, ਤਾਂ ਹੁਣ ਤੁਹਾਡੇ ਨਾਲ ਮੁਲਾਕਾਤ ਹੋਈ ਤਾਂ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਕਿ ਪੰਜਾਬ ਮੇਲ USA ਦੇ ਸਮੂਹ ਦਰਸ਼ਕਾਂ ਦੇ ਨਾਲ ਤੁਸੀਂ ਰੂਬਰੂ ਕਰਾਉਣ ਜਾ ਰਹੇ ਆ। ਸਾਡੀ ਖੁਸ਼ਕਿਸਮਤੀ ਹੈ ਜੀ, ਅਸੀਂ ਬੜੇ ਵਡਭਾਗੀ ਹਾਂ ਕਿ ਤੁਸੀਂ ਇੱਕ ਸਿੱਖ ਸਰਦਾਰ ਪੂਰਨ ਜਿਹੜੇ ਗੁਰਸਿੱਖ ਹੋ ਤੇ ਇੱਕ ਉਸ ਦੇਸ਼ ਦੇ ਨੁਮਾਇੰਦਗੀ ਕਰ ਰਹੇ ਹੋ। ਉੱਥੇ ਮੈਂਬਰ ਪਾਰਲੀਮੈਂਟ ਤੁਸੀਂ ਚੁਣੇ ਗਏ ਹੋ, ਜਿਹੜਾ ਕਿ ਕਿਸੇ ਸਮੇਂ ਤੇ ਜਿਹੜਾ ਦੇਸ਼ ਹਿੰਦੁਸਤਾਨ ਤੇ ਰਾਜ ਕਰ ਚੁੱਕਿਆ ਜੀ। ਤੇ ਉੱਥੇ ਤੁਸੀਂ ਕਿਸ ਹਿਸਾਬ ਨਾਲ ਮੈਂਬਰ ਪਾਰਲੀਮੈਂਟ ਦਾ ਐਡਾ ਵੱਡਾ ਜਿਹੜਾ ਇਲੈਕਸ਼ਨ ਉਹ ਜਿੱਤ ਗਏ ਇੱਕ ਇਸ ਤਰ੍ਹਾਂ ਦੇ ਪੇਸ ਵਿੱਚ? ਜੀ ਰੰਧਾਵਾ ਸਾਹਿਬ, ਮੇਰਾ ਜਨਮ ਵੈਸੇ ਇੰਗਲੈਂਡ ਦਾ ਆਪਣੇ ਸਲੋ ਇਲਾਕੇ ਜਿੱਥੇ ਦੀ ਹੁਣ ਮੈਂ ਨੁਮਾਇੰਦਗੀ ਕਰਦਾ ਹਾਂ ਜੀ, ਉਸ ਇਲਾਕੇ ਦਾ ਮੇਰਾ ਜਨਮ ਆ। UK ਦੇ ਵਿੱਚ ਰਹਿਣ ਦੇ ਨਾਲ ਨਾਲ ਮੈਂ 4 ਸਾਲ ਉੱਥੇ ਪੰਜਾਬ ਵੀ ਗਿਆ, ਫਿਰ ਵਾਪਸ ਆਇਆ। ਹੌਲੀ ਹੌਲੀ ਪੜ੍ਹਾਈ ਤੋਂ ਬਾਅਦ ਕੰਸਟਰਕਸ਼ਨ ਦੇ ਕਾਰੋਬਾਰ ਦੇ ਵਿੱਚ ਵੀ ਹਿੱਸਾ ਲਿਆ। ਸੋ ਕਾਰੋਬਾਰ ਸਥਾਪਿਤ ਕਰਨ ਤੋਂ ਬਾਅਦ ਮੈਂ ਲੇਬਰ ਪਾਰਟੀ ਦਾ ਮੈਂਬਰ ਸੀਗਾ। ਸਾਡੇ ਉੱਥੇ ਦੋ ਜਿਹੜੀਆਂ ਪ੍ਰਮੁੱਖ ਜਿਹੜੀਆਂ ਪਾਰਟੀਆਂ ਉੱਥੇ UK ਦੇ ਸਿਆਸਤ ਦੇ ਵਿੱਚ ਨੇ, ਉਹ ਇੱਕ ਲੇਬਰ ਪਾਰਟੀ ਤਾਂ ਇੱਕ ਕੰਜ਼ਰਵੇਟਿਵ ਪਾਰਟੀ ਨੇ। ਸੋ ਲੇਬਰ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਪਹਿਲਾਂ ਤਾਂ ਮੈਂ ਕਦੀ ਸੋਚਿਆ ਨਹੀਂ ਸੀ ਕਿ ਇਸ ਮੁਕਾਮ 'ਤੇ ਵੀ MP ਤਾਂ ਬਹੁਤ ਦੂਰ ਦੀ ਗੱਲ, ਕਦੀ ਕਾਉਂਸਲਰ ਹੋਣ ਦਾ ਵੀ ਨਹੀਂ ਸੋਚਿਆ ਸੀਗਾ ਵੀ ਉਹ ਇੱਥੇ ਵੀ ਮੌਕਾ ਮਿਲੂਗਾ। ਪਰ ਹੌਲੀ ਹੌਲੀ ਮਾਹੌਲ ਇਹੋ ਜਿਹਾ ਬਣ ਗਿਆ ਕਿ ਦੇਖੋ ਰੰਧਾਵਾ ਸਾਹਿਬ, ਅਕਸਰ ਜ਼ਿੰਦਗੀ 'ਚ ਇੱਦਾਂ ਹੁੰਦਾ ਆ ਕਿ ਤੁਸੀਂ ਸੋਚਦੇ ਆ ਵੀ ਆਹ ਰਸਤਾ ਮੇਰੇ ਲਈ ਆ, ਤੁਸੀਂ ਉਸ ਰਸਤਾ ਅਖਤਿਆਰ ਕਰਦੇ ਆ, ਪਰ ਕਈ ਵਾਰੀ ਪ੍ਰਮਾਤਮਾ ਨੇ ਜੋ ਤੁਹਾਡੇ ਲਈ ਕੁਝ ਹੋਰ ਹੀ ਚੁਣਿਆ ਹੁੰਦਾ ਆ। ਸੋ ਮੇਰੀ ਜਿਹੜੀ ਦਿਲੀ ਖੁਆਇਸ਼ ਸੀਗੀ ਉਹ ਸੀ ਕਿ ਆਪਣੇ ਮਾਂ-ਬਾਪ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਕੰਸਟਰਕਸ਼ਨ ਦਾ ਕਾਰੋਬਾਰ ਸਥਾਪਿਤ ਕਰਨਾ ਹੈ, ਤਾਂ ਉਹੀ ਮੈਂ ਕੀਤਾ ਯੂਨੀਵਰਸਿਟੀ ਤੋਂ ਬਾਅਦ। ਪਰ ਹੌਲੀ ਹੌਲੀ ਇਹ ਜੋ ਰਸਤਾ ਜੋ ਪ੍ਰਮਾਤਮਾ ਨੇ ਜੋ ਮੇਰੇ ਲਈ ਸੋਚਿਆ ਸੀ ਜਾਂ ਸਮਝਿਆ ਸੀ, ਉਹ ਸਿਆਸਤ ਵਿੱਚ ਸੀ। ਤਾਂ 2017 ਤੋਂ ਨਾਚੀਜ਼ ਪਹਿਲਾਂ ਤਾਂ ਕਾਉਂਸਲਰ ਵਜੋਂ ਸੇਵਾ ਕੀਤੀ, ਇੱਕਦਮ 2007 ਚ ਮੇਰੇ ਖਿਆਲ 2007 ਦੇ ਵਿੱਚ ਕਾਉਂਸਲਰ ਦੇ ਵਜੋਂ ਮੇਅਰ ਵੀ ਰਹੇ ਜੀ। ਸੋ ਉਦੋਂ ਗ੍ਰੇਵਜ਼ਮ ਇਲਾਕੇ ਦੇ ਵਿੱਚ, ਜਿਹੜਾ ਗ੍ਰੇਵਜ਼ਮ ਸ਼ਹਿਰ ਆ ਲੰਡਨ ਦੇ ਬਿਲਕੁਲ ਨਜ਼ਦੀਕ ਆ, ਉੱਥੇ ਰਹਿੰਦੇ ਸੀ ਤਾਂ ਉੱਥੇ ਦੀ ਨੁਮਾਇੰਦਗੀ ਕੀਤੀ। ਤਾਂ ਉਸ ਤੋਂ ਬਾਅਦ 2017 ਦੇ ਵਿੱਚ ਮੌਕਾ ਆਇਆ, ਮੌਕੇ ਦੇ ਪ੍ਰਧਾਨ ਮੰਤਰੀ ਨੇ ਇਹ ਸੋਚਿਆ ਕਿ ਅਸੀਂ ਸਰਕਾਰ ਆਪਣੀ ਸਿੱਟ ਕੇ ਤਾਂ ਨਵੇਂ ਸਿਰਿਓਂ ਚੋਣ ਕਰਾਉਂਗੇ। ਚੀਜ਼ ਨੂੰ ਲੇਬਰ ਪਾਰਟੀ ਨੇ ਟਿਕਟ ਦੇ ਦਿੱਤੀ ਉਹ ਇਲਾਕੇ ਤੋਂ। ਤਾਂ ਬਾਕੀ ਤਾਂ ਜਿਵੇਂ ਕਹਿੰਦੇ ਸਭ ਇਤਿਹਾਸ ਹੈ, ਤੇ ਪਿਛਲੇ 6 ਸਾਲਾਂ ਤੋਂ ਮੈਂ ਨੁਮਾਇੰਦਗੀ ਕਰਦਾ ਆ ਰਿਹਾ ਆ। ਉਸ ਸਲੋ ਇਲਾਕੇ ਦੀ ਲੋਕਾਂ ਦਾ ਬਹੁਤ ਪਿਆਰ ਮਿਲਿਆ, ਤਾਂ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਰਿਣੀ ਹਾਂ। ਸੋ ਇਹ ਜਿਹੜਾ ਸਫ਼ਰ ਸੀ, ਮੈਨੂੰ ਪਤਾ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਵੀ ਬਹੁਤ ਫਖਰ ਆ ਕਿ ਪਹਿਲਾ ਦਸਤਾਰਧਾਰੀ ਸਿੱਖ ਆਪਣਾ ਉਸ ਪਾਰਲੀਮੈਂਟ 'ਤੇ, ਉਸ UK ਪਾਰਲੀਮੈਂਟ ਦੇ ਵਿੱਚ ਗਿਆ, ਜਿਸ ਨੂੰ ਮਦਰ ਆਫ ਆਲ ਪਾਰਲੀਮੈਂਟਸ ਵੀ ਕਿਹਾ ਜਾਂਦਾ ਆ ਕਿ ਕਈ ਦਹਾਕਿਆਂ ਤੋਂ ਨਹੀਂ, ਕਈ ਸਦੀਆਂ ਤੋਂ ਜੋ ਪਾਰਲੀਮੈਂਟਰੀ ਢਾਂਚਾ ਜੋ ਉੱਥੇ ਉਹਨਾਂ ਨੇ ਸਥਾਪਿਤ ਕੀਤਾ ਆ। ਤਾਂ ਮੈਂ ਕੋਸ਼ਿਸ਼ ਮੇਰੀ ਇਹ ਪੂਰੀ ਹੈ ਕਿ ਪਿਛਲੇ 6 ਸਾਲਾਂ ਤੋਂ ਵੀ ਇਹ ਸਿਰਫ ਸਲੋ ਹਲਕਾ ਨਿਵਾਸੀਆਂ ਦੀਆਂ ਆਸਾਂ ਨਹੀਂ ਵੀ, ਜਿਹੜੇ ਸਮੂਹ ਸਿੱਖ ਭਾਈਚਾਰੇ ਦੀਆਂ, ਪੰਜਾਬੀਆਂ ਦੀਆਂ, ਹੋਰ ਜਿੰਨੇ ਵੀ ਆਪਣੇ ਬਾਹਰ NRIs ਨੇ, ਉਹਨਾਂ ਦੀਆਂ ਵੀ ਸਾਰੀਆਂ ਆਸਾਂ ਆ ਕਿ ਇਹ ਵਿਅਕਤੀ ਕੁਛ ਸਾਡੇ ਮਸਲੇ ਵੀ ਉਠਾਊਗਾ ਤੇ ਕੁਛ ਇਹੋ ਜਿਹਾ ਕੰਮ ਨਹੀਂ ਕਰੂਗਾ ਜਿਹਦੇ ਨਾਲ ਸਾਡੇ ਅਕਸ ਤੇ ਜਾਂ ਸਾਡੀ ਸ਼ਾਨ ਤੇ ਦਾਗ ਲੱਗੇ। ਤੁਹਾਨੂੰ ਉੱਤੋਂ ਹੀ ਹਦਾਇਤਾਂ ਹੋਈਆਂ ਕਿ ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨ ਲੜੋ, ਤੁਹਾਡੀ ਪਾਰਟੀ ਵੱਲੋਂ ਇਹ ਕਿਹਾ ਗਿਆ? ਤੁਹਾਨੂੰ ਕੋਈ ਉਦੋਂ ਇਹ ਨਹੀਂ ਸੀ, ਡਰ ਨਹੀਂ ਸੀਗਾ ਵੀ ਮੈਂ ਕਿੱਥੇ ਇੱਕ ਦਸਤਾਰਧਾਰੀ ਹਾਂ ਤੇ ਓਪਰੇ ਕੰਟਰੀ, ਜਾਂ ਭਾਵੇਂ ਤੁਹਾਡਾ ਬਰਥ ਉੱਥੇ ਹੋਇਆ ਪਰ ਆਪਾਂ ਮਿਨੋਰਟੀ 'ਚ ਹਾਲੇ ਵੀ ਉੱਥੇ UK ਵਿੱਚ, ਤੇ ਤੁਹਾਨੂੰ ਕਦੇ ਦਿਲ 'ਚ ਆਇਆ ਨਹੀਂ ਸੀਗਾ ਵੀ ਜੇ ਹਾਰ ਗਿਆ ਤੇ ਜਿਹੜਾ ਮੈਂ ਪਹਿਲਾਂ ਮੇਅਰ ਵੀ ਸੀਗਾ ਤੇ ਲੋਕੀ ਕਹਿਣਗੇ ਵੀ ਇਹ ਕੀ ਕਿਸ ਤਰੀਕੇ ਨਾਲ? ਇਹ ਦੇਖੋ UK
ਦੇ ਵਿੱਚ ਜੋ ਸਿੱਖ ਭਾਈਚਾਰਾ ਆ ਉਹ ਤਕਰੀਬਨ ਸਮੂਹ ਆਬਾਦੀ ਦਾ 1% ਹਿੱਸਾ ਬਣਦਾ ਆ। ਸੋ ਜਿਵੇਂ ਤੁਸੀਂ ਕਿਹਾ ਵੀ ਛੋਟੀ ਘੱਟ ਗਿਣਤੀ ਆ, 1% ਹੋਣ ਦੇ ਬਾਵਜੂਦ ਵੀ ਇੱਥੇ ਸਿੱਖਾਂ ਨੇ ਬਹੁਤ ਮੱਲਾਂ ਮਾਰੀਆਂ ਆ, ਚਾਹੇ ਆਪਣੇ ਕਾਰੋਬਾਰਕ ਤੌਰ 'ਤੇ, ਵਿਦਿਅਕ ਤੌਰ 'ਤੇ। ਉੱਥੇ ਜੇ ਆਪਾਂ ਦੇਖੀਏ ਵੀ ਘਰਾਂ ਦੀ ਜਿਹੜੀ ਮਲਕੀਅਤ ਹੁੰਦੀ ਆ, ਵੀ ਹੋਮ ਓਨਰਸ਼ਿਪ ਜਿਹੜੀ ਆ, ਉਹ ਸਭ ਤੋਂ ਜ਼ਿਆਦਾ ਜਦੋਂ ਮਰਦਮਸ਼ੁਮਾਰੀ ਉੱਤੇ ਹਰ 10 ਸਾਲਾਂ ਬਾਅਦ ਹੁੰਦੀ ਆ, ਤਾਂ ਸਿੱਖ ਭਾਈਚਾਰਾ ਸਭ ਤੋਂ ਜ਼ਿਆਦਾ ਵੀ ਜਿਨ੍ਹਾਂ ਦੇ ਆਪਣੇ ਘਰ ਹਨ। ਇਸ ਦੇ ਨਾਲ ਨਾਲ ਜਿਹੜਾ ਵਿਦਿਅਕ ਖੇਤਰ ਦੀ ਮੈਂ ਗੱਲ ਕੀਤੀ, ਜਿਹੜੇ ਗ੍ਰੈਜੂਏਟ ਨੇ ਉਹ ਦੂਸਰਾ ਸਥਾਨ ਆ ਸਿੱਖ ਭਾਈਚਾਰੇ ਦਾ ਸਾਰੇ ਭਾਈਚਾਰਿਆਂ 'ਚੋਂ। ਸੋ ਇਹ ਬਹੁਤ ਮੈਂ ਸਮਝਦਾ ਕਿ ਮਿਹਨਤ ਮੁਸ਼ੱਕਤ ਕਰਕੇ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਨੇ ਵੀ ਆਪਾਂ ਹੁਣ ਜਿਸ ਮੁਕਾਮ 'ਤੇ ਆਪਾਂ ਸਾਰੇ ਪਹੁੰਚੇ ਆ, ਪਰ ਸਿਆਸਤ ਦੇ ਵਿੱਚ ਥੋੜ੍ਹਾ ਅਸੀਂ ਪਿਛੜੇ ਸੀਗੇ ਕਿ ਅਸੀਂ ਵਧੀਆ ਤਰੀਕੇ ਨਾਲ ਜੋ ਪਾਰਲੀਮੈਂਟ ਦੇ ਵਿੱਚ ਵੀ ਨੁਮਾਇੰਦਗੀ 2017 'ਚ ਹੋਇਆ ਕਿ ਪਹਿਲੀ ਸਿੱਖ ਬੀਬੀ ਸਿੱਖ ਔਰਤ ਆਈ, ਤਾਂ ਪਹਿਲਾ ਦਸਤਾਰਧਾਰੀ ਸਿੱਖ ਉਦੋਂ ਚੁਣਿਆ ਗਿਆ। ਤੇ ਦੇਖੋ ਇਹ ਮੈਂ ਸਮਝਦਾ ਕਿ ਪਾਰਟੀ ਨੇ ਵੀ ਜਦੋਂ ਮੈਂ ਅਪਲਾਈ ਵੀ ਕੀਤਾ 2017  'ਚ ਸੀਟ ਦੇ ਲਈ, ਵੀ ਮੈਂ ਸਮਝਦਾ ਹਾਂ ਕਿ ਮੈਨੂੰ ਇੱਥੇ ਮੌਕਾ ਦਿੱਤਾ ਜਾਣਾ ਚਾਹੀਦਾ ਆ। ਉਦੋਂ ਜੋ ਪਾਰਟੀ ਨੇ ਜੋ ਪਿਛਲੇ ਜਿਹੜੀਆਂ ਮੇਰੀਆਂ ਸੇਵਾਵਾਂ ਸੀਗੀਆਂ, ਚਾਹੇ ਉਹ ਕਾਉਂਸਲਰ ਵਜੋਂ, ਕੈਬਨਿਟ ਮੈਂਬਰ ਵਜੋਂ, ਚਾਹੇ ਉਹ ਮੇਅਰ ਵਜੋਂ, ਤੇ ਮੈਂ ਜਿਹੜੇ ਅਲੱਗ-ਅਲੱਗ ਜਿਹੜੇ ਚੈਰਿਟੀ ਵਰਕ ਵੀ ਸੀਗਾ ਉਹ ਵੀ ਕਾਫੀ ਮੈਂ ਉਹਨਾਂ 'ਚ ਹਿੱਸਾ ਲਿਆ ਸੀਗਾ। ਇੱਕ ਜਿਹੜਾ ਮੈਂ ਟਰਸਟੀ ਸੀਗਾ ਐਲਜ਼ਾਈਮਰਸ ਤੇ ਡਿਮੈਂਸ਼ੀਆ ਸਪੋਰਟ ਸਰਵਿਸਿਜ਼ ਉਹਦਾ, ਤੇ ਜੋ ਮੈਨਕੈਪ ਸੁਸਾਇਟੀ ਜੋ ਅਪਾਹਿਜ ਲੋਕਾਂ ਦੇ ਨਾਲ ਜਿਹੜਾ ਕੰਮ ਕਰਦੇ ਉਹਦਾ ਵੀ ਮੈਂ ਮੈਂਬਰ ਸੀ। ਸਾਡੇ 2 ਲੋਕਲ ਸਕੂਲ ਸੀਗੇ, ਉਹ ਸਕੂਲਾਂ ਦੇ ਵਿੱਚ ਵੀ ਮੈਂ ਸਕੂਲ ਗਵਰਨਰ ਦੇ ਵਜੋਂ ਵੀ ਸੇਵਾ ਨਿਭਾਈ। ਸੋ ਇਹ ਅਲੱਗ-ਅਲੱਗ ਚੀਜ਼ਾਂ ਮੈਂ ਸਮਝਦਾ ਕਿ ਉਹਨਾਂ ਸਾਰਿਆਂ ਦਾ ਸੁਮੇਲ ਹੋ ਕੇ ਉਹਨਾਂ ਨੂੰ ਤੁਹਾਡੇ ਕੰਮ ਦੇ ਬੋਲਦੇ ਸੀ ਉਦੋਂ ਕਿ ਤੁਸੀਂ ਬਹੁਤ ਲੋਕ ਸੇਵਾ ਦੇ ਵੀ ਕੰਮ ਕੀਤੇ ਆ, ਲੋਕਾਂ 'ਚ ਵਿਚਰੇ ਵੀ ਹੋ, ਤੇ ਲੋਕਾਂ ਨੇ ਤੁਹਾਨੂੰ ਉਹਦੇ ਕੰਮਾਂ ਨੂੰ ਦੇਖਦੇ ਹੋਏ ਤੁਹਾਨੂੰ ਇਸ ਮੁਕਾਮ ਤੇ ਪਹੁੰਚਾਇਆ। ਬਿਲਕੁਲ ਬਹੁਤ ਵਧੀਆ ਗੱਲ ਹੈ। ਤੇ ਦੇਖੋ ਕਾਉਂਸਲਰ ਦੇ ਵਜੋਂ ਵੀ ਜਦੋਂ ਮੈਂ ਸੇਵਾ ਨਿਭਾ ਰਿਹਾ ਸੀ, ਉੱਥੇ ਵੀ ਇਹ ਕੁਦਰਤੀ ਸੀ ਰੰਧਾਵਾ ਸਾਹਿਬ ਕਿ ਉੱਥੇ ਜੋ ਗੱਲਬਾਤ ਕਰਨ ਦਾ ਜਿਹੜਾ ਸਲੀਕਾ ਸੀ ਉਹ ਛੇਤੀ ਮੈਂ ਸਿੱਖ ਪਾਇਆ, ਤੇ ਨਾਲ ਦੀ ਨਾਲ ਬਹਿਸ ਦੇ ਵਿੱਚ ਵੀ ਆਪਣਾ ਯੋਗਦਾਨ ਪੂਰਾ ਪਾਇਆ। ਜੋ ਰਿਪੋਰਟ ਜਿਹੜੇ ਅਲੱਗ-ਅਲੱਗ ਸਾਨੂੰ ਵੱਡੇ ਰਿਪੋਰਟਸ ਆਉਣੀਆਂ ਸੀ, ਉਹ ਉਹਨਾਂ ਨੂੰ ਪੜ੍ਹ ਕੇ ਤਾਂ ਸਹੀ ਤਰੀਕੇ ਨਾਲ ਜੋ ਉਹ 'ਤੇ ਪ੍ਰਤੀਕਰਮ ਕਰਨ, ਤਾਂ ਨਾਲੇ ਉਸ 'ਤੇ ਐਨ ਘੋਖ ਪੜਤਾਲ ਕਰਨੀ, ਤਾਂ ਫਿਰ ਉਸ ਬਹਿਸ ਦੇ ਵਿੱਚ ਹਿੱਸਾ ਲੈਣਾ, ਉਹ ਸਾਰੀਆਂ ਚੀਜ਼ਾਂ ਨੂੰ ਵਿਅਕਤੀ ਦੇਖ ਰਹੇ ਸੀ ਤੇ ਉਸ ਤਰੀਕੇ ਨਾਲ ਉਹਨਾਂ ਨੇ ਮੌਕਾ ਦਿੱਤਾ। ਤੁਹਾਡਾ ਕੋਈ ਗੌਡਫਾਦਰ ਵੀ ਸੀ ਜਿਹਨੇ ਤੁਹਾਨੂੰ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਤ ਕੀਤਾ? ਦੇਖੋ ਮੇਰੀ ਜ਼ਿੰਦਗੀ ਦੇ ਵਿੱਚ ਕਈ ਵਿਅਕਤੀ ਜਿਨ੍ਹਾਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਉਹ ਛਾਪ ਛੱਡ ਗਏ। ਜਿਵੇਂ ਮੈਂ ਦੇਖਦਾ ਹਾਂ ਕਿ ਇੱਕ ਤਾਂ ਮਾਂ-ਬਾਪ ਦੀ ਜਿਹੜੀ ਸੋਚ ਸੀਗੀ ਉਹਦੇ ਨਾਲ ਮੈਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਤੌਰ ਤਰੀਕੇ ਆ ਗਏ, ਕਿਉਂਕਿ ਉਹਨਾਂ ਦੀ ਸੋਚ ਸੀਗੀ ਵੀ ਜਦੋਂ ਮੈਂ 4.5 ਸਾਲਾਂ ਦਾ ਸੀ ਉਦੋਂ ਮੈਨੂੰ 4 ਸਾਲਾਂ ਲਈ ਉੱਧਰ ਪੰਜਾਬ ਭੇਜ ਦਿੱਤਾ ਕਿ ਉਹ ਕਹਿੰਦੇ ਸੀਗੇ ਕਿ ਜਿਹੜੀ ਉੱਥੇ ਪੰਜਾਬੀ ਭਾਸ਼ਾ ਦੇ ਨਾਲ, ਸੱਭਿਆਚਾਰ ਦੇ ਨਾਲ, ਉੱਥੇ ਰਿਸ਼ਤੇਦਾਰੀ ਦੀਆਂ ਅੰਗਲੀਆਂ ਸੰਗਲੀਆਂ ਦੇ ਨਾਲ ਉਹਨਾਂ ਦੇ ਬਾਰੇ ਸਿੱਖਣਾ। ਤੇ ਇਹਦੇ ਮੈਂ ਸਮਝਦਾ ਕਿ ਬਹੁਤ ਵਧੀਆ ਅਸਰ ਹੁਣ ਵੀ ਪਿਆ। ਹੁਣ ਵੀ ਮੈਂ ਜਦੋਂ ਅਲੱਗ-ਅਲੱਗ ਭਾਈਚਾਰਿਆਂ ਦੇ ਵਿੱਚ ਵਿਚਰਦਾ ਹਾਂ ਤਾਂ ਉਹਦੇ ਨਾਲ ਮੈਨੂੰ ਬਹੁਤ ਸੁਖਿਆਈ ਹੁੰਦੀ ਆ ਉਸ ਚੀਜ਼ ਦੀ, ਕਿਉਂਕਿ ਉਹ ਅਲੱਗ-ਅਲੱਗ ਭਾਸ਼ਾਵਾਂ ਵੀ ਉੱਥੇ ਸਿੱਖ ਲਈਆਂ, ਪੰਜਾਬੀ, ਹਿੰਦੀ, ਉਰਦੂ। ਜਦੋਂ ਉਹ ਭਾਸ਼ਾਵਾਂ ਪ੍ਰਤੀ ਵੀ ਜਿਹੜਾ ਲਗਨ ਸੀਗਾ, ਜਦੋਂ ਮੈਂ ਵਾਪਸ ਵੀ ਆਇਆ ਉੱਥੇ ਫ੍ਰੈਂਚ, ਜਰਮਨ, ਲੈਟਿਨ, ਇਟਾਲੀਅਨ ਉਹ ਵੀ ਸਿੱਖੀਆਂ। ਸੋ ਇਹ ਕਿੰਨੀਆਂ ਭਾਸ਼ਾਵਾਂ ਟੋਟਲ ਹੈਗੀਆਂ ਜਿਹੜੀਆਂ ਤੁਸੀਂ 8 ਜ਼ੁਬਾਨਾਂ ਜਿਹੜੀਆਂ 8 ਮਤਲਬ ਪੂਰੇ ਤਰੀਕੇ ਨਾਲ ਤੁਸੀਂ ਉਹ ਬੋਲ ਲੈਂਦੇ ਜਾਂ ਲਿਖ ਲੈਂਦੇ? ਕਈਆਂ ਦੇ ਵਿੱਚ ਹੁਣ ਅਭਿਆਸ ਘੱਟ ਹੋਣ ਕਰਕੇ ਹੌਲੀ-ਹੌਲੀ ਫਿਰ ਰੁਕਾਵਟ ਆਉਂਦੀ ਆ, ਪਰ ਕੁਝ ਜ਼ਬਾਨਾਂ ਆ ਜਿੱਦਾਂ ਪੰਜਾਬੀ ਆ, ਆਪਣੇ ਹਿੰਦੀ, ਉਰਦੂ ਆ ਜਾਂ ਅੰਗਰੇਜ਼ੀ, ਇਹਨਾਂ ਦੇ ਵਿੱਚ ਜਦੋਂ ਤੁਸੀਂ ਜਿਸ ਚੀਜ਼ ਦੀ ਵਰਤੋਂ ਜ਼ਿਆਦਾ ਕਰਦੇ ਆ ਉਹਨਾਂ 'ਚ ਤੁਸੀਂ ਉਨਾ ਹੀ ਵਧੀਆ ਤਰੀਕੇ ਨਾਲ ਜੋ ਗੱਲ ਕਰ ਸਕਦੇ ਆ। ਜਿਹੜੀ ਫ੍ਰੈਂਚ, ਜਰਮਨ ਵਗੈਰਾ, ਇਹ ਹੁਣ ਉੱਥੇ ਫਰਾਂਸ, ਜਰਮਨੀ ਵਗੈਰਾ, ਇਟਲੀ ਵਗੈਰਾ ਜਾਣ ਦਾ ਘੱਟ ਮੌਕਾ ਮਿਲਿਆ, ਪਰ ਜਦੋਂ ਅਸੀਂ ਜਾਈਦਾ ਉੱਥੇ ਤਾਂ ਥੋੜਾ ਆਪਣੀ ਟੁੱਟੀ ਫੁੱਟੀ ਜਿਹੜੀ ਫ੍ਰੈਂਚ, ਜਰਮਨ, ਇਟਾਲੀਅਨ ਸਾਡੇ ਕੋਸ਼ਿਸ਼ ਕਰਦੇ ਹੁੰਦੇ ਆ। ਨਵੇਂ ਬੰਦੇ ਅਮਰੀਕਾ ਆਣ ਕੇ ਟੁੱਟੀ ਫੁੱਟੀ ਅੰਗਰੇਜ਼ੀ ਬੋਲ ਕੇ ਬੁੱਤਾ ਸਾਰ ਲੈਂਦੇ ਬੁੱਤੇ ਸਾਰ ਜੋਗਾ ਮੈਂ ਹੈਗਾ ਜੀ ਰੰਧਾਵਾ ਸਾਹਿਬ। ਸੋ ਉਹਦੇ ਨਾਲ ਇਹ ਵੀ ਮੈਂ ਸਮਝਦਾ ਸੀਗਾ ਵੀ ਬਹੁਤ ਜ਼ਰੂਰੀ ਆ ਕਿ ਸਾਡੇ ਜਿਹੜੇ ਚਾਚਾ ਜੀ ਦਾ ਵੀ ਜ਼ਿਕਰ ਕਰਨਾ, ਸਾਡੇ ਚਾਚਾ ਜੀ ਪਰਮਜੀਤ ਸਿੰਘ ਜੀ ਰਾਏਪੁਰ,
ਉਹ ਉੱਥੇ ਪੰਜਾਬ ਦੇ ਵਿੱਚ ਉਦੋਂ ਸਰਪੰਚ ਹੁੰਦੇ ਸੀ ਜਦੋਂ ਮੈਂ ਉੱਥੇ ਪੜ੍ਹਦਾ ਵੀ ਹੁੰਦਾ ਸੀਗਾ। ਸੋ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ, ਆਪਣੇ ਸਕੂਟਰ ਦੇ ਵਿੱਚ ਇੱਧਰ ਉੱਧਰ ਲੈ ਜਾਣਾ, ਆਪਾਂ ਚਲੋ ਇੱਧਰ ਪੰਚਾਇਤ ਦੇ ਵਿੱਚ ਬੈਠੀਏ, ਉੱਧਰ ਥਾਣੇ ਚੱਲ ਜਾਈਏ, ਕਚਹਿਰੀ ਚੱਲ ਜਾਈਏ, ਇੱਕ ਕੰਮਾਂ ਕਾਰਾਂ ਪੂਰੇ ਸੱਭਿਆਚਾਰ ਨਾਲ ਤੁਸੀਂ ਜੁੜੇ ਹੋਏ ਹੋ। ਜੁੜੇ ਹੋਏ ਸੀ। ਭਾਵੇਂ ਤੁਹਾਡੀ ਜਿਹੜੀ ਪਦਾਇਸ਼ ਆ ਉਹ ਯੂਕੇ 'ਚ ਹੋਈ, ਇੰਗਲੈਂਡ 'ਚ ਹੋਈ, ਪਰ ਤੁਸੀਂ ਪੰਜਾਬ ਦੇ ਜਿਹੜੇ ਪੂਰੇ ਸੱਭਿਆਚਾਰ ਨੂੰ, ਉਹਦੀ ਬੋਲੀ ਨੂੰ, ਉਹ ਪੂਰਾ ਤੁਸੀਂ ਮਤਲਬ ਚੰਗੀ ਤਰ੍ਹਾਂ ਗ੍ਰਹਿਣ ਕੀਤਾ। ਮੈਂ ਕੋਸ਼ਿਸ਼ ਵੀ ਕਰਦਾ ਰਿਹਾ ਵੀ ਹਰ ਸਾਲ ਵਾਪਿਸ ਵੀ ਉੱਥੇ ਜਾਣਾ। ਚਾਚਾ ਜੀ ਉਹਨਾਂ ਨੇ, ਚਲੋ ਜਿੱਦਾਂ ਆਪਾਂ ਜ਼ਿਕਰ ਕਰਦੇ ਵੀ ਜਿਹੜੇ ਅਲੱਗ-ਅਲੱਗ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਉਹ ਛਾਪ ਛੱਡੀ, ਉਹਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਸਾਡੇ ਮਾਤਾ ਪਿਤਾ ਸਰਦਾਰ ਜਸਪਾਲ ਸਿੰਘ ਜੀ ਢੇਸੀ, ਸਰਦਾਰਨੀ ਦਲਵਿੰਦਰ ਕੌਰ ਢੇਸੀ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦੀ ਸੋਚ ਜਿਹੜੀ ਸੀ, ਤਾਂ ਸਾਡੇ ਜਿਹੜੇ ਬਜ਼ੁਰਗ ਸੀ, ਨਾਨਾ ਜੀ ਵੀ ਸੀ, ਉਹ ਸਰਦਾਰ ਰਾਮ ਸਿੰਘ ਜੀ ਬੜਿੰਗ, ਉਹ ਪਹਿਲਾਂ ਅਧਿਆਪਕ ਵੀ ਹੁੰਦੇ ਸੀ, ਉੱਥੇ ਮੁੱਖ ਅਧਿਆਪਕ ਵੀ ਰਹੇ ਆ ਪੰਜਾਬ ਦੇ ਵਿੱਚ ਇੱਧਰ ਯੂਕੇ ਆਉਣ ਤੋਂ ਪਹਿਲਾਂ। ਤਾਂ ਉਹਨਾਂ ਦੇ ਨਾਲ ਜਦੋਂ ਉੱਥੇ ਅਸੀਂ ਬੈਠੀ ਦਾ ਸੀਗਾ, ਉਹ ਅਧਿਆਪਕ ਹੋਣ ਦੇ ਨਾਤੇ ਸਾਨੂੰ ਕੁਛ ਨਾ ਕੁਛ ਸਿਖਾਈ ਜਾਣਾ। ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਗ੍ਰੇਵਜ਼ਨ ਸ਼ਹਿਰ ਦੇ ਵਿੱਚ ਜਿੱਥੇ ਅਸੀਂ ਉਦੋਂ ਰਹਿ ਰਹੇ ਸੀ, ਉੱਥੇ ਉਹ ਪੰਜਾਬੀ ਸਕੂਲ ਵੀ ਉਹਨਾਂ ਨੇ ਸਥਾਪਿਤ ਕਰਾਇਆ। ਗੁਰੂ ਘਰ ਦੇ ਵਿੱਚ ਵੀ ਬਹੁਤ ਸੇਵਾ ਨਿਭਾਈ। ਸਾਡੇ ਪਿਤਾ ਜੀ ਵੀ ਉੱਥੇ ਉਹ ਸੀ ਗੁਰੂ ਘਰ ਦੇ ਵਿੱਚ ਮੁੱਖ ਸੇਵਾਦਾਰ ਵਜੋਂ, ਉਹਨਾਂ ਨੇ ਵੀ ਸੇਵਾ ਨਿਭਾਈ। ਉਹ ਸਾਡੇ ਘਰ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਬਾਰੇ, ਚਾਹੇ ਉਹ ਸਿਆਸਤ ਆ, ਚਾਹੇ ਰਾਜਸੀ ਆ, ਧਾਰਮਿਕ ਆ, ਇਹਨਾਂ ਦੇ ਬਾਰੇ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਸੀ। ਉਹਦਾ ਵੀ ਬਹੁਤ ਵੱਡਾ ਅਸਰ ਮੈਂ ਸਮਝਦਾ ਕਿ ਮੇਰੇ ਤੇ ਹੋਇਆ, ਕਿਉਂਕਿ ਸਾਡੇ ਨਾਨਾ ਜੀ ਹੋਣਾ ਨੇ ਵੀ ਕੁਛ ਨਾ ਕੁਛ ਇੱਦਾਂ ਦਾ, ਜਿੱਦਾਂ ਕਹਿੰਦੇ ਤੀਰ ਛੱਡੀ ਜਾਣਾ ਵੀ ਅੱਛਾ ਗੁਰਬਾਣੀ 'ਚ ਆਹ ਲਿਖਿਆ ਆ ਤੇ ਤੂੰ ਆਹ ਕਹਿ ਰਿਹਾ ਆ, ਉਧਰ ਆਹ ਲਿਖਾਰੀ ਆਹ ਕਹਿ ਰਿਹਾ, ਤਾਂ ਤੇਰਾ ਇਹਦੇ ਬਾਰੇ ਕੀ ਸੋਚ ਆ, ਉਹ ਤੁਹਾਡੇ ਅੰਦਰ ਜਿਹਨ 'ਚ ਪੈ ਗਿਆ। ਹੁਣ ਜਦੋਂ ਕਿਸੇ ਗੁਰੂ ਘਰ 'ਚ ਜਾਂ ਮੰਦਿਰ ਮਸਜਿਦ 'ਚ ਕੋਈ ਆਪਣੇ ਭਾਸ਼ਣ ਦੇਣਾ ਹੋਵੇ, ਜੇ ਤੁਹਾਡੇ ਪੰਜਾਬੀ 'ਚ ਅੱਧਾ ਪੌਣਾ ਘੰਟਾ ਕੋਈ ਇੱਕ ਮਾਮੂਲੀ ਜਿਹੀ ਗੱਲ ਹੋ ਗਈ, ਗੁਰਬਾਣੀ ਦੇ ਵਿਚਾਰ ਵੀ ਉਹ ਕੁਦਰਤੀ ਜੋ ਆ ਜਾਂਦੇ ਨੇ ਜੋ ਦਿਲੋਂ ਦਿਮਾਗ ਦੇ ਵਿੱਚ, ਉਹ ਉਹਦੇ ਵਿੱਚ ਕੋਈ ਦਿੱਕਤ ਤੇ ਕੋਈ ਪਰੇਸ਼ਾਨੀ ਨਹੀਂ ਹੁੰਦੀ। ਇਹ ਮੈਂ ਸਮਝਦਾ ਕਿ ਇਹ ਜਿਹੜੀਆਂ ਨੀਆਂ ਉਦੋਂ ਰੱਖ ਹੋਈਆਂ ਆ, ਇਹ ਸਾਰੀ ਪਰਿਵਾਰਕ ਦੇਣ ਆ, ਪਰਿਵਾਰਿਕ ਜਿਹੜੇ ਬਜ਼ੁਰਗਾਂ ਦੀ ਜਿਹੜੀ ਦੇਣ ਆ। ਬਾਕੀ ਦੇਖੋ ਵਾਹਿਗੁਰੂ ਦੀ ਰਜ਼ਾ ਤੋਂ ਬਗੈਰ ਵੀ ਨਹੀਂ ਕੁਛ ਹੁੰਦਾ। ਸੋ ਇਹ ਕਈ ਚੀਜ਼ਾਂ ਦਾ ਜਿਹੜਾ ਸੁਮੇਲ ਆ। ਤੇ ਬਾਕੀ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਜਿਹੜਾ ਜੀਵਨ ਸਾਥੀ ਆ ਮਨਵੀਨ ਕੌਰ, ਉਹਦਾ ਵੀ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਜੇ ਮੈਂ ਪਿਛਲੇ ਇੰਨੇ ਸਾਲਾਂ ਤੋਂ ਜਿਹੜੀ ਸੇਵਾ ਨਿਭਾ ਰਿਹਾ ਆ, ਜੇ ਜੀਵਨ ਸਾਥੀ ਤੁਹਾਡਾ ਸਾਥ ਨਾ ਦੇਵੇ, ਜੇ ਭੈਣ ਭਰਾ ਮੇਰੇ ਉਹ ਨਾ ਸਾਥ ਦੇਣ, ਜਿਹੜਾ ਪਰਿਵਾਰਿਕ ਜਿਹੜਾ ਸਾਥ ਆ ਇਹ ਬਹੁਤ ਵਡਮੁੱਲਾ ਆ। ਗੱਲ ਇੱਥੇ ਆਪਾਂ ਇੱਕ ਹੋਰ ਨਾਲ ਜੁੜਦੀ, ਅਗਲੀ ਪੀੜ੍ਹੀ ਜਿਹੜੀ, ਜਿਵੇਂ ਤੁਹਾਡੇ ਕਿੰਨੇ ਬੱਚੇ ਆ ਜੀ? ਮੇਰੇ 2 ਬੱਚੇ ਜੀ। 2 ਬੱਚੇ ਆ, ਤੇ ਉਹ ਕੀ ਉਹ ਪੰਜਾਬੀ ਬੋਲਦੇ ਆ ਕਿ ਉਹਨਾਂ ਨੇ ਕੋਈ, ਤੁਸੀਂ ਉਹਨਾਂ ਲਈ ਕੋਈ ਹੋਰ ਅੱਗਿਓਂ ਉਪਰਾਲਾ ਕਰ ਰਹੇ ਹੋ ਵੀ ਉਹਨਾਂ ਨੂੰ ਕੋਈ ਪੰਜਾਬ ਭੇਜ ਕੇ ਉਹਨਾਂ ਨੂੰ ਸੱਭਿਆਚਾਰ ਦਿਖਾਇਆ ਜਾਵੇ, ਉੱਥੋਂ ਦੀ ਬੋਲੀ ਹੋਰ ਜਿਹੜੀ ਆ ਉੱਥੇ ਪੱਕੀ ਕੀਤੀ ਜਾਵੇ? ਰੰਧਾਵਾ ਸਾਹਿਬ ਲਿਜਾਣ ਦੀ ਤਾਂ ਬਹੁਤ ਦੂਰ ਦੀ ਗੱਲ ਆ। ਜਿਹੜੀ ਜੁਗਾਤ ਤੇ ਸੁਹਾਬ, ਜਿਹੜੇ 2 ਬੇਟੇ ਨੇ ਮੇਰੇ ਜੀ, ਜੁਗਾਤ ਤੇ ਸੁਹਾਬ, ਉਹਨਾਂ ਦਾ ਵੀ ਅਸੀਂ ਸੋਚਿਆ ਵੀ ਜਿਹੜੀ ਪਰਿਵਾਰਿਕ ਪਰੰਪਰਾ ਆ ਵੀ ਅਸੀਂ ਬੱਚਿਆਂ ਨੂੰ, ਜਿੱਦਾਂ ਸਾਨੂੰ ਸਾਡੇ ਮਾਤਾ ਪਿਤਾ ਨੇ, ਮੈਨੂੰ, ਮੇਰੇ ਛੋਟੇ ਵੀਰ ਸਾਹਿਬ ਨੂੰ, ਉਧਰ ਕੋਮਲ, ਮਨਮੀਤ, ਕੀਰਤ, ਸਾਰਿਆਂ ਨੂੰ ਉਹਨਾਂ ਨੇ ਉੱਥੇ ਸੋਚਿਆ ਵੀ ਅਸੀਂ ਉੱਥੇ ਪੜ੍ਹਾਈਏ। ਤਾਂ ਉਸ ਸੋਚ ਨੂੰ ਬਰਕਰਾਰ ਰੱਖਦੇ ਹੋਏ ਦੋਨੇ ਮੇਰੇ ਬੇਟੇ ਜਿਹੜੇ ਨੇ ਉਹ ਵੀ 3-4 ਸਾਲ ਉੱਥੇ ਪੜ੍ਹ ਕੇ ਆਏ ਨੇ। ਸੋ ਹੁਣ ਵਾਪਸ ਯੂਕੇ ਦੇ ਵਿੱਚ ਪੜ੍ਹ ਚੁੱਕੇ ਨੇ। ਉਹਨਾਂ ਦੀਆਂ ਵੀ ਨੀਆਂ ਜਿਹੜੀਆਂ ਰੱਖੀਆਂ ਗਈਆਂ ਨੇ ਪੰਜਾਬੀ ਦੇ ਨਾਲ। ਦੇਖੋ ਇਹ ਕੁਦਰਤੀ ਆ ਵੀ ਉਹਨਾਂ ਦੀ ਹੁਣ ਜਿਹੜੀ ਅੰਗਰੇਜ਼ੀ ਜ਼ੁਬਾਨ ਤੇ ਪਕੜ ਜ਼ਿਆਦਾ ਹੋਵੇਗੀ, ਜਿਵੇਂ ਸਾਡੀ ਵੀ ਸੀਗੀ, ਕਿਉਂਕਿ ਜਿਸ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਹਦੀ ਜਿਹੜੀ ਰਾਸ਼ਟਰ ਭਾਸ਼ਾ ਆ ਉਹ ਕੁਦਰਤੀ ਗੱਲ ਆ ਕਿ ਸਕੂਲ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ, ਆਮ ਜਿਹੜੇ ਵਰਤੋਂ ਦੇ ਵਿੱਚ ਉਹ ਜ਼ਿਆਦਾ ਆਊਗੀ। ਪਰ ਇਹ ਸਾਡੇ ਤੇ ਆ ਕਿ ਅਸੀਂ ਘਰ ਦਾ ਮਾਹੌਲ ਇਹੋ ਜਿਹਾ ਸਿਰਜਦੇ ਹਾਂ ਕਿ ਉਹ ਪੀੜ੍ਹੀ ਨੂੰ ਆਪਾਂ ਪੰਜਾਬੀ ਦੇ ਨਾਲ, ਸਿੱਖੀ ਦੇ ਨਾਲ ਕਿਵੇਂ ਹਿੰਮਤ ਕਰਕੇ, ਕੋਸ਼ਿਸ਼ ਕਰਕੇ ਜੋੜੀਏ। ਜੀ ਬਹੁਤ ਅੱਛੇ। ਆਪਾਂ ਇਹ ਤਾਂ ਹੋ ਗਿਆ ਥੋੜਾ, ਅਸੀਂ ਜਿੰਨੀ ਕੁ ਕੋਸ਼ਿਸ਼ ਕੀਤੀ ਆ ਕਿ ਤੁਹਾਡਾ ਪਿਛਲਾ ਜਿਹੜਾ ਜੀਵਨ ਸਫ਼ਰ ਕਿਵੇਂ ਰਿਹਾ, ਹੁਣ ਥੋੜਾ ਜਿਹਾ ਲੋਕਾਂ ਦੇ, ਜਿਵੇਂ ਤੁਸੀਂ ਨੁਮਾਇੰਦੇ ਹੋ ਚੁਣੇ ਹੋਏ, ਉਹਨਾਂ ਬਾਰੇ ਵੀ ਗੱਲ ਕਰ ਲਈਏ। ਸਭ ਤੋਂ ਪਹਿਲਾਂ ਗੱਲ ਆਉਂਦੀ ਆ ਇਮੀਗ੍ਰੇਸ਼ਨ ਬਾਰੇ। ਜੇ ਜਿਹੜਾ ਪ੍ਰਵਾਸ ਆ ਉਹ ਦੂਜੇ ਦੇਸ਼ਾਂ ਤੋਂ ਬਹੁਤ ਅੱਜ ਕੱਲ੍ਹ ਚੱਲ ਰਿਹਾ, ਚਾਹੇ ਉਹ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੁਛ ਹੋਰ ਯੂਰਪੀਅਨ ਦੇਸ਼ਾਂ ਵਿੱਚ ਵੀ ਹੈਗਾ। ਇੰਗਲੈਂਡ ਵਿੱਚ ਵੀ ਇਹ ਜਿਹੜਾ ਪ੍ਰਵਾਸ ਦਾ ਰੁਝਾਨ ਆ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ। ਬਿਲਕੁਲ। ਇਸ ਵੇਲੇ ਕੀ ਪੋਜੀਸ਼ਨ ਆ, ਕੀ ਸਥਿਤੀ ਉੱਥੋਂ ਦੀ, ਕਿ ਕੀ ਗੌਰਮੈਂਟ ਉਹਨਾਂ ਨੂੰ ਕੋਆਪਰੇਟ ਕਰ ਰਹੀ ਆ ਕਿ ਕਿਸ ਤਰ੍ਹਾਂ ਹੈਗਾ? ਦੇਖੋ ਪ੍ਰਵਾਸੀ ਤਾਂ ਸਮੇਂ-ਸਮੇਂ ਤੇ ਆਉਂਦੇ ਜਾਂਦੇ ਰਹਿੰਦੇ ਨੇ ਸਾਰੇ ਦੇਸ਼ਾਂ ਦੇ ਵਿੱਚ। ਉੱਥੇ ਯੂਕੇ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਹੈ ਪ੍ਰਵਾਸੀਆਂ ਦੀ। ਸੋ ਜਿਹੜਾ ਪ੍ਰਵਾਸ ਹੈ ਇਹ ਚੱਲਦਾ ਰਿਹਾ ਹੈ ਤਾਂ ਚੱਲਦਾ ਰਹੂਗਾ। ਪਰ ਜੋ ਮੌਕੇ ਦੀ ਜਿਹੜੀ ਸਰਕਾਰ ਆ,
ਸਾਡੇ ਉੱਥੇ ਪਿਛਲੇ 13 ਸਾਲਾਂ ਤੋਂ ਜੋ ਕੰਜ਼ਰਵੇਟਿਵ ਪਾਰਟੀ ਜਾਂ ਗੱਠਜੋੜ ਸਰਕਾਰ ਚੱਲਦੀ ਆ ਰਹੀ ਆ, ਉਸ ਤੋਂ ਪਹਿਲਾਂ 13 ਸਾਲ ਜੋ ਲੇਬਰ ਪਾਰਟੀ ਜਿਹੜੀ ਸਾਡੀ ਪਾਰਟੀ ਸੀ ਉਹਨਾਂ ਦੀ ਰਹਿਨੁਮਾਈ ਹੇਠ ਸਰਕਾਰ ਚੱਲੀ। ਪਰ ਜੋ ਕੰਜ਼ਰਵੇਟਿਵ ਪਾਰਟੀ ਆ, ਜਿਵੇਂ ਹੁਣ ਆਪਾਂ USA ਦੇ ਵਿੱਚ ਬੈਠੇ ਆ, ਉਹ ਤਕਰੀਬਨ ਰਿਪਬਲਿਕਨ ਪਾਰਟੀ ਨਾਲ ਉਹਨਾਂ ਦਾ ਜ਼ਿਆਦਾ ਮੇਲ ਆ, ਉਹਨਾਂ ਦੀ ਸੋਚ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਹੁੰਦੀਆਂ ਨੇ। ਸੋ ਜੋ ਲੇਬਰ ਪਾਰਟੀ ਜਿਹੜੀ ਸਾਡੀ ਪਾਰਟੀ, ਉਹ ਤਕਰੀਬਨ ਡੈਮੋਕ੍ਰੈਟਸ ਪਾਰਟੀ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਸੁਮੇਲ ਜ਼ਿਆਦਾ ਆ। ਇੱਕੋ ਜਿਹੀਆਂ ਤਾਂ ਨਹੀਂ, ਪਰ ਜੇ ਆਪਾਂ ਮੋਟਾ ਸੋਚੀ ਤਾਂ ਇਵੇਂ ਹੀ ਹੈ। ਸੋ ਕੰਜ਼ਰਵੇਟਿਵ ਪਾਰਟੀ ਜੋ ਇੱਥੇ ਇਸ ਵੇਲੇ ਦੀ ਸਰਕਾਰ ਆ, ਉਹ ਕੋਸ਼ਿਸ਼ ਪੂਰੀ ਕਰ ਰਹੀ ਆ ਵੀ ਅਸੀਂ ਨਕੇਲ ਕਿਵੇਂ ਪਾਈਏ, ਪ੍ਰਵਾਸੀਆਂ ਦੀ ਗਿਣਤੀ ਕਿਵੇਂ ਘੱਟ ਕਰੀਏ। ਉਹ ਅਨੇਕਾਂ ਉਹਨਾਂ ਦੀਆਂ ਨੀਤੀਆਂ ਇਸ ਪ੍ਰਕਾਰ ਹੀ ਚੱਲਦੀਆਂ ਰਹੀਆਂ ਨੇ। ਜੋ ਸਾਡੀ ਲੇਬਰ ਪਾਰਟੀ ਦੀ ਸੋਚ ਹੈ, ਅਸੀਂ ਉਹਨਾਂ ਦੇ ਨਾਲ ਜੋ ਬਹਿਸ ਪਾਰਲੀਮੈਂਟ ਦੇ ਵਿੱਚ ਵੀ ਕਰ ਰਹੇ ਹਾਂ ਕਿ ਦੇਖੋ, ਸਾਨੂੰ ਇੱਕ ਜੋ ਫੇਅਰ ਇਮੀਗ੍ਰੇਸ਼ਨ ਪੋਲਿਸੀ ਚਾਹੀਦੀ ਹੈ। ਨੀਤੀਆਂ ਇਹੋ ਜਿਹੀਆਂ ਚਾਹੀਦੀਆਂ ਕਿ ਸਾਨੂੰ ਦੇਖਣਾ ਚਾਹੀਦਾ ਵੀ ਸਾਡਾ ਜਿਹੜਾ ਅਰਥ ਸ਼ਾਸਤਰ ਹੈ, ਇਕੋਨਮੀ ਆ, ਉਹਨੂੰ ਕਿਸ ਤਰੀਕੇ ਨਾਲ ਚਲਾਉਣਾ ਆ। ਜੋ ਅਲੱਗ-ਅਲੱਗ ਜਿਹੜੇ ਵਿਦਿਆਰਥੀ ਨੇ ਦੁਨੀਆ ਭਰ 'ਚ ਉੱਥੇ ਆਉਣ, ਉੱਥੇ ਬਹੁਤ ਵਧੀਆ ਜੋ ਪੜ੍ਹਾਈ ਦਾ ਜਿਹੜਾ ਢਾਂਚਾ ਆ, ਜਿਹੜਾ ਵਿਦਿਅਕ ਢਾਂਚਾ ਉੱਥੇ ਬਹੁਤ ਬਿਹਤਰੀਨ ਹੈ। ਰੰਧਾਵਾ ਸਾਹਿਬ, ਸਾਡੇ ਜੋ ਯੂਨੀਵਰਸਿਟੀਜ਼ ਵੀ ਨੇ, ਚਾਹੇ ਆਕਸਫੋਰਡ, ਕੈਂਬਰਿਜ, UCL, LSE ਵਗੈਰਾ, ਇਹ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ। ਤਾਂ ਉਹ ਸਾਡਾ ਇਹ ਆ ਵੀ ਉੱਥੇ ਵਿਦਿਆਰਥੀ ਸਿਰਫ UK ਦੇ ਨਹੀਂ, ਹੋਰ ਦੇਸ਼ਾਂ ਤੋਂ ਵੀ ਆਉਣ, ਉਹਦੇ ਨਾਲ ਵੀ ਜਿਹੜਾ ਅਰਥ ਸ਼ਾਸਤਰ ਹੈ, ਇਕੋਨਮੀ ਹੋਰ ਵੱਧਦੀ ਆ। ਸਾਡੇ ਦਰਮਿਆਨ ਅਲੱਗ-ਅਲੱਗ ਜਿਹੜੇ ਬਹੁਤ ਹੀ ਹੋਣਹਾਰ ਵਿਅਕਤੀ, ਜੋ ਮੁੰਡੇ ਕੁੜੀਆਂ ਜਦੋਂ ਆਉਂਦੇ ਨੇ, ਉਹ ਅੱਗੇ ਵੀ ਯੋਗਦਾਨ ਆਪਣਾ ਪਾਉਂਦੇ ਨੇ। ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਆ। ਅਲੱਗ-ਅਲੱਗ ਕਿੱਤੇ ਜਿਹੜੇ ਕਈ ਨੇ, ਚਾਹੇ ਉਹ ਖੇਤੀਬਾੜੀ ਦੇ ਵਿੱਚ ਆ, ਚਾਹੇ ਉਹ ਹੁਣ ਡਾਕਟਰ ਨੇ, ਨਰਸ ਨੇ, ਇਹ ਕੰਸਟਰਕਸ਼ਨ ਦੇ ਕੰਮ 'ਚ, ਉਹ ਕਈ ਜਿਹੜੇ ਪੇਸ਼ੇ ਇਹੋ ਜਿਹੇ ਨੇ ਜਿੱਥੇ ਕਮੀ ਹੈ ਸੋ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈਗੀ ਉਹਨਾਂ ਦੀ ਜੀ। ਸੋ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਹਾਂ, ਪਰ ਉਹ ਇਸ ਦੇ ਬਾਵਜੂਦ ਵੀ ਉਹ ਜਿਹੜੀਆਂ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼, ਜੋ ਪ੍ਰਵਾਸ ਪ੍ਰਤੀ ਜਿਹੜੀਆਂ ਨੀਤੀਆਂ ਨੇ, ਉਹ ਕੋਸ਼ਿਸ਼ ਵੱਧ ਤੋਂ ਵੱਧ ਮੁਸ਼ਕਿਲ ਉਹ ਕਰਨਾ ਚਾਹੁੰਦੇ ਨੇ ਉਹਨਾਂ ਲਈ। ਸੋ ਉਹ ਇਹਦੇ ਬਦੌਲਤ ਆ ਕਿ ਮੈਂ ਸਮਝਦਾ ਕਿ ਸਾਡੇ ਅਰਥ ਸ਼ਾਸਤਰ ਨੂੰ ਬਹੁਤ ਵੱਡਾ ਧੱਕਾ ਵੀ ਲੱਗਾ ਆ। ਤਾਂ ਉਹਨਾਂ ਵਿਅਕਤੀਆਂ ਨੂੰ ਵੀ, ਬਹੁਤ ਸਾਰੇ ਜਿਹੜੇ ਉੱਥੇ ਅਸਾਈਲਮ ਸੀਕਰਸ ਜਿਹੜੇ ਪਨਾਹ ਲੈਣ ਆਏ ਨੇ, ਉਹਨਾਂ ਲਈ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਆ। ਸੋ ਇਹ ਮੈਂਬਰ ਆਫ ਪਾਰਲੀਮੈਂਟ, ਸਲੋ ਦੇ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਬਹੁਤ ਸਾਰੇ ਮੇਰੇ ਕੋਲ ਇਹੋ ਜਿਹੇ ਵਿਅਕਤੀ ਆਉਂਦੇ ਨੇ। ਉਹ ਸਾਡਾ ਕੇਸ ਵਰਕ ਜਿਹੜਾ ਸਾਡੀ ਬਕਾਇਦਾ ਜਿਹੜੀ ਟੀਮ ਹੈਗੀ ਆ ਮੇਰੀ, ਉਹ ਅਸੀਂ ਰਲ ਮਿਲ ਕੇ ਉਹਨਾਂ ਦੀ ਮਦਦ ਵੀ ਕਰਨ ਦੀ ਕੋਸ਼ਿਸ਼ ਕਰੀ ਤਾਂ ਕਿ ਸਹੀ ਤਰੀਕੇ ਨਾਲ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਮਦਦ ਕੀਤੀ ਜਾਵੇ। ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਵੀ ਨੇ, ਉਹ ਵੀ ਆਪਣੇ ਅਲੱਗ-ਅਲੱਗ ਜਿਹੜੇ ਕਲਾਇੰਟਸ ਹੁੰਦੇ ਨੇ ਉਹਨਾਂ ਦੇ ਕੰਮ ਕਾਰ ਮੇਰੇ ਤੱਕ ਲੈ ਕੇ ਆਉਂਦੇ ਨੇ, ਜਿਹੜੇ ਸਾਡੇ ਸਲੋ ਹਲਕਾ ਨਿਵਾਸੀ ਹੁੰਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਆ ਬਹੁਤ ਜ਼ਰੂਰੀ ਆ ਕਿ ਅਸੀਂ ਸਹੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਕਿਸੇ ਵੀ ਦੇਸ਼ ਲਈ ਉਹ ਸਹੀ ਹੋਵੇ। ਮੈਨੂੰ ਪਤਾ ਅਮਰੀਕਾ ਦੀ ਇੱਥੇ ਆਪਣੀ ਸੋਚ ਆ, ਤੁਹਾਡੇ ਲਾਗੇ ਇੱਥੇ ਕੈਨੇਡਾ ਉਹ ਅਲੱਗ ਸੋਚ ਆ। ਹੁਣ ਜਿਹੜਾ ਤੁਹਾਡਾ ਪੰਜਾਬ ਮੇਲ USA ਆ, ਇੱਥੇ ਉੱਤਰੀ ਅਮਰੀਕਾ ਦੇ ਵਿੱਚ ਚੱਲਦਾ ਆ, ਅਮਰੀਕਾ ਕੈਨੇਡਾ ਦੇ ਵਿੱਚ। ਸੋ ਤੁਹਾਡੇ ਜਿਹੜੇ ਦਰਸ਼ਕ ਵੀ ਨੇ, ਉਹ ਵੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਆ ਕਿ ਇਮੀਗ੍ਰੇਸ਼ਨ ਸਹੀ ਜਿਹੜੀ ਨੀਤੀ ਹੋਵੇ ਉਹਦੇ ਲਈ, ਉਹਦੇ ਨਾਲ ਦੇਸ਼ ਦੀ ਤਰੱਕੀ ਹੋ ਸਕਦੀ ਹੈ। ਕਿਉਂਕਿ ਨਵੇਂ ਬੰਦੇ ਜਦੋਂ ਆਉਂਦੇ ਆ, ਕੁਝ ਕੰਮ ਇਹੋ ਜਿਹੇ ਹੁੰਦੇ ਉਹ ਸਿਰਫ ਨਵੇਂ ਬੰਦੇ ਹੀ ਕਰ ਸਕਦੇ ਆ। ਜਿਉਂ ਬੰਦਾ ਪੁਰਾਣਾ ਹੁੰਦਾ ਕਿਸੇ ਵੀ ਦੇਸ਼ ਦਾ, ਜਿਵੇਂ ਅਮਰੀਕਾ, ਕੈਨੇਡਾ ਲਾ ਲਓ ਜਾਂ ਇੰਗਲੈਂਡ ਲਾ ਲਓ, ਉਹ ਫਿਰ ਆਪਣਾ ਹੋਰ ਥੋੜ੍ਹੇ ਜਿਹੇ ਉੱਚ ਲੈਵਲ 'ਤੇ ਆ ਜਾਂਦੇ ਆ, ਉੱਚ ਪੱਧਰ 'ਤੇ ਆ ਜਾਂਦੇ ਆ, ਅਤੇ ਉਹ ਉਸ ਟਾਈਪ ਦਾ ਕੰਮ, ਜਿਵੇਂ ਹੁਣ ਕੋਈ ਕਿਸੇ ਨੇ ਸਟੋਰ ਲੈ ਲਿਆ ਕਿਸੇ ਨੇ, ਪਰ ਅੱਗਿਓਂ ਫੇਰ ਲੇਬਰ ਚਾਹੀਦੀ ਹੁੰਦੀ ਹੈ ਜੀ। ਉਸ ਕਰਕੇ ਨਵੇਂ ਬੰਦਿਆਂ ਦੀ ਹਮੇਸ਼ਾ ਹੀ ਮੇਰੇ ਹਿਸਾਬ ਨਾਲ ਲੋੜ ਪੈਂਦੀ ਹੈ। ਦੇਖੋ, ਸਿਆਣੇ ਕਹਿੰਦੇ ਨੇ, ਦੇਖੋ ਕੰਮ ਕੋਈ ਮਾੜਾ ਨਿਗਾ, ਹਰ ਕੋਈ ਕੰਮ ਆਪਾਂ ਨੂੰ ਕਰਨਾ ਚਾਹੀਦਾ। ਆਪਾਂ ਨੂੰ ਤਾਂ ਗੁਰੂ ਸਾਹਿਬ ਵੱਲੋਂ ਇਹ ਦਿੱਤਾ ਹੋਇਆ ਜਿਹੜਾ ਸੰਦੇਸ਼ ਹੈ, ਪੈਗਾਮ ਆ ਕਿ ਆਪਾਂ 10 ਨੌਂ ਦੀ ਕਿਰਤ ਕਰੀਏ ਤੇ ਮਿਹਨਤ ਕਰਕੇ ਆਪਣੇ ਅੱਗੇ ਚੱਲੀਏ। ਆਪਾਂ ਗੱਲ ਉਸ ਤਰ੍ਹਾਂ ਕਰਦੇ ਨਵੇਂ ਬੰਦਿਆਂ ਨੂੰ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਇੱਥੇ ਆਣ ਕੇ, ਤੇ ਉਸ ਕਰਕੇ ਸਾਨੂੰ ਹਮੇਸ਼ਾ ਹੀ ਲੋੜ ਪੈਂਦੀ ਹੈ ਇਹਨਾਂ ਦੇਸ਼ਾਂ ਵਿੱਚ ਨਵੇਂ ਬੰਦੇ ਆਉਂਦੇ ਰਹਿਣ, ਤੇ ਲੇਬਰ ਟਾਈਪ ਦਾ ਕੰਮ ਹੋਵੇ ਜਾਂ ਸਟੋਰਾਂ 'ਚ ਕੰਮ ਕਰਨ ਦਾ ਹੋਵੇ ਜਾਂ ਕਿਸੇ ਹੋਟਲਾਂ 'ਚ ਜਿਹਨਾਂ ਨੇ ਕੰਮ ਕਰਨੇ ਆ, ਇਹ ਹਮੇਸ਼ਾ ਲੋੜ ਪੈਣੀ ਹੈ। ਤਾਂ ਬਹੁਤ ਸਾਰੇ ਸਾਡੇ ਦੇਸ਼ਾਂ ਦੇ ਵੀ ਵਿਅਕਤੀ ਆ, ਉਹ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ, ਫਿਰ ਆ ਜਾਂਦੇ ਆ। ਅੱਜ ਕੱਲ੍ਹ ਜਿਹੜਾ ਇਹ ਪ੍ਰਵਾਸ ਇਹ ਸਾਰੇ ਪਾਸੇ ਚੱਲ ਰਿਹਾ ਹੈ। ਸੋ ਕੋਈ ਸਥਿਰਤਾ ਜੋ ਇੱਕ ਵਿਅਕਤੀ ਬਹੁਤ ਘੱਟ ਹੀ ਹੁੰਦਾ ਆ ਵੀ ਉਹ ਇੱਕੋ ਹੀ ਜਗ੍ਹਾ ਤੇ ਟਿਕੇ ਰਹਿੰਦਾ ਹੋਵੇ ਜੀ। ਇੱਥੇ ਕਈ ਵਾਰੀ ਇਕੱਠੇ 2-2, 3-3 ਹਜ਼ਾਰ ਬੰਦਿਆਂ ਨੂੰ ਸਿਟੀਜ਼ਨਸ਼ਿਪ ਦਵਾਉਂਦੇ ਆ। ਉਹਨਾਂ ਨੂੰ ਖੜੇ ਕਰਕੇ ਪੁੱਛਿਆ ਜਾਂਦਾ ਵੀ
ਇੰਡੀਆ ਤੋਂ ਕਿੰਨੇ ਬੰਦੇ ਆ ਉਹ ਸਾਰੇ ਖੜੇ ਹੋ ਜਾਂਦੇ, ਇੰਡੀਆ ਵਾਲੇ ਬੈਠੇ ਸਾਰੇ ਇਕੱਠੇ ਹੁੰਦੇ ਆ, ਚਾਈਨਾ ਵਾਲੇ ਵੀ ਇਕੱਠੇ ਹੋ ਜਾਂਦੇ ਆ ਜੀ। ਈਵਨ ਕੈਨੇਡਾ ਤੇ ਇੰਗਲੈਂਡ ਦੇ ਜਦੋਂ ਖੜੇ ਹੁੰਦੇ ਨਾ ਥੋੜੇ ਬਹੁਤੇ, ਅਸੀਂ ਵੀ ਬੜੇ ਹੈਰਾਨ ਹੁੰਦੇ ਆ ਵੀ ਇੰਗਲੈਂਡ ਵਾਲਿਆਂ ਨੂੰ ਅਮਰੀਕਾ ਆਉਣ ਦੀ ਜਾਂ ਕੈਨੇਡਾ ਵਾਲਿਆਂ ਨੂੰ ਅਮਰੀਕਾ ਦੀ ਕੀ ਲੋੜ ਪੈ ਗਈ, ਉਹ ਵੀ ਸਿਟੀਜ਼ਨਸ਼ਿਪ ਇੱਥੇ ਆਣ ਕੇ ਲੈਂਦੇ ਆ। ਤੁਹਾਡੇ ਵਾਲੀ ਗੱਲ ਦੀ ਮੈਂ ਬਿਲਕੁਲ ਰੰਧਾਵਾ ਸਾਹਿਬ ਕੰਮ ਕਰਦੇ ਲਈ ਕਈ ਵਾਰੀ ਜਿਹੜੇ ਇੱਥੇ ਹੋਣਹਾਰ ਜਿਹੜੇ ਸ਼ਖਸੀਅਤਾਂ ਹੁੰਦੀਆਂ ਨੇ, ਚਾਹੇ ਅਮਰੀਕਾ ਚੋਂ ਕੈਨੇਡਾ ਨੂੰ ਜਾਂਦੀਆਂ, ਕੋਈ ਉੱਧਰ ਇੰਜੀਨੀਅਰ ਵੀ ਆ ਜਾਂਦੇ ਆ, ਡਾਕਟਰ ਆ ਜਾਂਦੇ ਆ, ਇੰਡੀਆ ਆ ਗਏ, ਉਸ ਲੋਕੀ ਸਾਰੇ ਪਾਸੇ ਆਪਣੇ ਕੰਮਾਂ ਕਾਰਾਂ ਕਰਕੇ ਵਿਚਰ ਰਹੇ ਨੇ। ਸੋ ਤੁਸੀਂ ਜਾਤੀ ਤੌਰ ਤੇ ਕੋਈ ਆਪਣੀ ਆਵਾਜ਼ ਉਠਾਈ ਆ ਇਮੀਗ੍ਰੇਸ਼ਨ ਦੇ ਹੱਕ 'ਚ? ਰੰਧਾਵਾ ਸਾਹਿਬ ਤੁਸੀਂ ਤਾਂ ਇਹ ਗੱਲ ਕਰੋ ਵੀ ਕਿਹੜਾ ਮਸਲਾ ਇਸ ਬੰਦੇ ਨੇ ਨਹੀਂ ਉਠਾਇਆ। ਆਪਾਂ ਸਿਰਫ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਦਰਜਨਾਂ ਮਸਲੇ ਜਿਹੜੇ ਹੈਗੇ ਨੇ ਇਮੀਗ੍ਰੇਸ਼ਨ ਦੇ ਬਾਰੇ ਵੀ, ਜਿਹੜਾ ਸਾਡਾ ਉੱਥੇ ਹੋਮ ਆਫਿਸ ਆ, ਸੋ ਗ੍ਰਹਿ ਸਕੱਤਰ ਆ, ਉਹਦੇ ਪ੍ਰਤੀ ਜਿਹੜਾ ਇਸ ਸਰਕਾਰ ਦੀਆਂ ਜੋ ਨਾਕਾਮੀਆਂ ਆ ਉਹਨਾਂ ਨੂੰ ਬੇਨਕਾਮ ਕਰਨਾ ਮੇਰਾ ਫਰਜ਼ ਹੁੰਦਾ ਆ। ਲੋਕਾਂ ਦੀ ਜਿਹੜੀ ਆਵਾਜ਼ ਉਠਾਉਣੀ ਉਹ ਵੀ ਮੇਰਾ ਫਰਜ਼ ਹੁੰਦਾ ਆ। ਸੋ ਇਹ ਤਾਂ ਅਨੇਕਾਂ ਵਾਰ ਹੋਇਆ ਕਿ ਮੈਂ ਇਮੀਗ੍ਰੇਸ਼ਨ ਦੇ ਮਸਲੇ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਉਠਾਏ ਨੇ, ਤਾਂ ਮੀਡੀਆ ਦੇ ਵਿੱਚ ਜਦੋਂ ਹੁਣ ਇਹ ਆਪਣੇ ਅਲੱਗ-ਅਲੱਗ ਚਾਹੇ ਟੀਵੀ ਰੇਡੀਓ ਦੇ ਜਦੋਂ ਇੰਟਰਵਿਊਜ਼ ਹੁੰਦੇ ਨੇ ਉਹਦੇ ਵਿੱਚ ਵੀ ਇਹ ਬਹੁਤ ਦਫਾ ਇਹ ਮਸਲੇ ਉਠਾਏ ਨੇ, ਤਾਂ ਕਿ ਸਰਕਾਰ ਵਧੀਆ ਤਰੀਕੇ ਨਾਲ ਕੰਮ ਕਰੇ, ਤਾਂ ਜੋ ਉਹਨਾਂ ਦੀਆਂ ਨੀਤੀਆਂ ਜੋ ਫੇ ਪਾਲਿਸੀਜ਼ ਆਈ ਥਿੰਕ ਆਰ ਵੈਰੀ ਇੰਪੋਰਟੈਂਟ that they actually inculcate them, ਜੋ ਨਹੀਂ ਕਰਦੇ ਤਾਂ ਇਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ। ਜੀ ਬਿਲਕੁਲ। ਇਸ ਤੋਂ ਇਲਾਵਾ ਹੁਣ ਆਪਾਂ ਥੋੜ੍ਹਾ ਜਿਹਾ NRI ਮਸਲਿਆਂ 'ਤੇ ਆ ਜਾਈਏ ਜੀ। ਬਹੁਤ ਸਾਰੇ ਮਸਲੇ ਅਜਿਹੇ ਹੁੰਦੇ ਆ, ਸਾਡੇ ਜਿਹੜੇ ਬਾਹਰ ਰਹਿੰਦੇ ਭਰਾ ਜਾਂ ਕੋਈ ਵੀ ਪਰਿਵਾਰ ਰਹਿੰਦੇ ਆ, ਉਹਨਾਂ ਦੇ ਕੋਈ ਕਬਜ਼ੇ ਹੋ ਜਾਂਦੇ ਆ, ਉਹਨਾਂ ਦੇ ਵਿਆਹਾਂ ਦੇ ਸੰਬੰਧੀ ਕੋਈ ਰੌਲੇ ਰੱਪੇ ਹੁੰਦੇ ਆ, ਜਿਹੜੇ ਆਪਸ 'ਚ ਕੁੜੀ ਮੁੰਡੇ ਦੀ ਨਹੀਂ ਬਣਦੇ, ਜਾਂ ਕੁੜੀ ਇੱਧਰ ਆ ਗਈ ਜਾਂ ਮੁੰਡਾ ਇੱਧਰ ਆ ਗਿਆ, ਦੂਜੇ ਨੂੰ ਸੱਦਿਆ ਨਾ, ਤੇ ਇਸ ਤਰੀਕੇ ਦੇ ਹੋਰ ਵੀ ਬੜੇ ਮਸਲੇ ਹੁੰਦੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਆਪਣੇ ਜਾਤੀ ਤੌਰ ਤੇ ਕੋਈ ਆਵਾਜ਼ ਉਠਾਈ ਇਹਦੇ ਬਾਰੇ? ਬਿਲਕੁਲ ਜੀ ਰੰਧਾਵਾ ਸਾਹਿਬ, ਦੇਖੋ ਇਹ ਤਾਂ ਜਦੋਂ ਮੈਂ 2017 ਦੇ ਵਿੱਚ ਜਦੋਂ ਮੈਂਬਰ ਆਫ ਪਾਰਲੀਮੈਂਟ ਬਣਿਆ ਸੀਗਾ, ਮੈਨੂੰ ਪਹਿਲੀ ਦਫਾ ਉੱਥੇ ਪੰਜਾਬ ਜਾਣ ਦਾ ਵੀ, ਇੰਡੀਆ ਜਾਣ ਦਾ ਵੀ ਮੌਕਾ ਮਿਲਿਆ। ਉੱਥੇ ਵੀ ਮੈਂ ਬਕਾਇਦਾ ਇਹ ਜਿਹੇ ਮਸਲੇ ਉਠਾਏ ਜੀ। ਸੋ ਅਲੱਗ-ਅਲੱਗ ਮੈਂ ਤੁਹਾਨੂੰ ਉਦਾਹਰਨ ਦਿੰਦਾ, 2017 ਦੇ ਵਿੱਚ ਜਦੋਂ ਮੈਂ ਉੱਧਰ ਗਿਆ, ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪੰਜਾਬ ਸਰਕਾਰ ਦਾ, ਇੰਡੀਆ ਸਰਕਾਰ ਦਾ, ਉਹ ਸਾਰਿਆਂ ਨੇ ਜਿਹੜੇ ਵਿਰੋਧੀ ਧਿਰ ਵੀ ਨੇ ਉਹਨਾਂ ਨੇ ਵੀ ਮੁਲਾਕਾਤ ਕਰਨ ਦਾ ਮੌਕਾ ਦਿੱਤਾ। ਸੋ ਉੱਥੇ ਜੋ ਸਮੇਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਨ, ਉਸ ਵੇਲੇ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਹਨਾਂ ਦੇ ਨਾਲ ਮਿਲਿਆ। ਜੋ ਵਿਰੋਧੀ ਧਿਰ ਸੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਆਪਣੇ ਭਾਜਪਾ ਦੇ ਮੰਤਰੀ, ਜਦੋਂ ਮੈਂ ਦਿੱਲੀ ਵੀ ਗਿਆ ਉੱਥੇ ਵੀ ਉਹਨਾਂ ਦੇ ਜਿਹੜੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ, ਚਾਹੇ ਇੱਥੇ ਕੈਪਟਨ ਅਮਰਿੰਦਰ ਸਿੰਘ ਸੀ, ਉੱਧਰ ਆਪਣੇ ਕੇਜਰੀਵਾਲ ਸਾਹਿਬ ਸੀ, ਉੱਧਰ ਜੋ ਅਲੱਗ-ਅਲੱਗ ਜਿਹੜੇ ਮੰਤਰੀ ਸਾਹਿਬਾਨ ਵੀ ਸੀ, ਉਹਨਾਂ ਸਾਰਿਆਂ ਦੇ ਨਾਲ ਮੁਲਾਕਾਤਾਂ ਕੀਤੀਆਂ। ਉਹਨਾਂ ਪ੍ਰਮੁੱਖ ਜਿਹੜੇ ਵਿਸ਼ਿਆਂ ਦੇ ਵਿੱਚੋਂ ਇੱਕ ਤਾਂ ਜਿਹੜਾ ਜ਼ਮੀਨਾਂ ਦੇ ਝਗੜੇ, ਇਹ NRIs ਜਿਹੜੇ ਸਲੋ ਇਲਾਕੇ ਦੇ ਵਿੱਚ ਰਹਿ ਰਹੇ ਨੇ, ਚਾਹੇ ਮੈਂ ਸਮਝਦਾ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਮਸਲਾ ਬਹੁਤ ਗੰਭੀਰ ਸੀਗਾ। ਅਕਸਰ ਇੱਦਾਂ ਹੁੰਦਾ ਹੈ ਵੀ ਉੱਥੇ ਆਪਸੀ ਕਈ ਵਾਰੀ ਪਿੰਡ 'ਚ ਜਾਂ ਸ਼ਰੀਕੇਬਾਜ਼ੀ 'ਚ ਉਹ ਜ਼ਮੀਨਾਂ 'ਤੇ ਕਬਜ਼ੇ ਹੋ ਜਾਂਦੇ ਨੇ। ਜੇ ਕਿਸੇ ਨੇ ਕਿਸੇ ਦੇ ਨਾਂ 'ਤੇ ਵੈਸੇ ਉਹ ਪਾਵਰ ਆਫ ਅਟਾਰਨੀ ਦੇ ਦਿੱਤੀ, ਬਿਲਕੁਲ ਉਹਨੂੰ ਗਲਤ ਯੂਜ਼ ਵਰਤ ਕੇ ਤੇ ਆਪਣੇ ਨਾਂ 'ਤੇ ਕਰ ਲੈਂਦਾ। ਬਿਲਕੁਲ ਸਹੀ ਹੈ ਤੁਹਾਡਾ। ਦੇਖੋ ਅਕਸਰ ਇਹੋ ਜਿਹੀਆਂ ਜੋ ਹਾਦਸੇ ਜਦੋਂ ਆਪਾਂ ਨੂੰ ਪਤਾ ਲੱਗਦੇ ਨੇ ਤਾਂ ਉਹ ਬਹੁਤ ਹੀ ਨਿਰਾਸ਼ਾ ਹੁੰਦੀ ਆ। ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਕੋਈ ਕੁਰਕ ਕਰ ਜਾਵੇ, ਇਹ ਵੀ ਕੋਈ ਵਧੀਆ ਗੱਲ ਨਹੀਂ ਹੁੰਦੀ। ਪਰ ਉਹ ਵਿਅਕਤੀ ਜਿਹੜੇ ਬਾਹਰ ਵਸਦੇ ਨੇ, ਚਾਹੇ ਉਹ ਵਲਾਇਤ ਦੇ ਵਿੱਚ ਆ, ਚਾਹੇ ਹੋਰ ਦੇਸ਼ਾਂ ਦੇ ਵਿੱਚ ਆ, ਉਹ ਕਹਿੰਦੇ ਨੇ ਕਿ ਸਾਡੇ ਨਾਲ ਪ੍ਰਸ਼ਾਸਨ ਇਨਸਾਫ ਨਹੀਂ ਕਰਦਾ ਸਹੀ ਤਰੀਕੇ ਨਾਲ, ਪੁਲਿਸ ਤਾਂ ਕਚਹਿਰੀਆਂ ਦੇ ਵਿੱਚ ਉਹਨਾਂ ਦੀ ਸੁਣਵਾਈ ਸਹੀ ਤਰੀਕੇ ਨਾਲ ਨਹੀਂ ਹੁੰਦੀ। ਸੋ ਉਹ ਮੇਰਾ ਫਰਜ਼ ਬਣਦਾ ਸੀਗਾ ਉੱਥੇ ਜਾ ਕੇ ਸਰਕਾਰ ਦੇ ਨਾਲ ਇਹ ਗੱਲਾਂ ਕਰਨੀਆਂ। ਇਸ ਦੇ ਨਾਲ ਸਾਨੂੰ ਜੋ ਦੁੱਖ ਤਕਲੀਫ ਆਉਂਦੀ ਸੀ, ਬਹੁਤ ਸਾਰੇ ਖਾਸ ਤੌਰ 'ਤੇ ਜਿਹੜੇ ਬਜ਼ੁਰਗ ਵੀ ਨੇ, ਜਿਹੜੇ ਬੱਚਿਆਂ ਦੇ ਨਾਲ ਵੀ ਜਿਹੜੇ ਸਫ਼ਰ ਕਰਦੇ ਨੇ, ਕਿ ਸਿੱਧੀਆਂ ਉਡਾਨਾਂ ਚਾਹੁੰਦੇ ਸੀ ਲੋਕੀ, ਚਾਹੁੰਦੇ ਸੀਗੇ ਕਿ ਅਸੀਂ ਅੰਮ੍ਰਿਤਸਰ ਏਅਰਪੋਰਟ 'ਤੇ ਸਿੱਧਾ ਜਾ ਸਕੀਏ। ਸੋ ਉਹਦੇ ਬਾਰੇ ਵੀ ਮੈਂ 2017 ਦੇ ਵਿੱਚ ਵੀ, ਤੇ ਜਦੋਂ ਵੀ ਮੈਂ ਹਰ ਸਾਲ ਉੱਥੇ ਜਾਂਦਾ ਹੁੰਦਾ, ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਇਹੋ ਜਿਹੇ ਮਸਲੇ ਸਰਕਾਰਾਂ ਤੱਕ ਪਹੁੰਚਾਈਏ। ਸੋ ਮੈਂ ਜਦੋਂ ਪਿਛਲੇ ਸਾਲ ਵੀ ਗਿਆ ਸੀਗਾ, ਮਾਣਯੋਗ ਮੁੱਖ ਮੰਤਰੀ ਜੋ ਭਗਵੰਤ ਮਾਨ ਜੀ ਸੀ, ਜਾਂ ਹੋਰ ਜਿਹੜੇ ਮੰਤਰੀ ਸਾਹਿਬ ਜਿੰਨੇ ਵੀ ਮੈਨੂੰ ਮਿਲੇ, ਮੈਂ ਉਹਨਾਂ ਨੂੰ ਵੀ ਇਹੀ ਬੇਨਤੀਆਂ ਕੀਤੀਆਂ, ਵਿਰੋਧੀ ਧਿਰ ਨੂੰ ਵੀ ਤੁਸੀਂ ਇਹ ਆਵਾਜ਼ ਬੁਲੰਦ ਕਰੋ। ਅਸੀਂ ਚਾਹੁੰਦੇ ਹਾਂ ਕਿ ਉੱਧਰੋਂ ਅੰਮ੍ਰਿਤਸਰ ਤੋਂ ਹੁਣ ਚੰਡੀਗੜ੍ਹ ਆਪਣੇ ਮੋਹਾਲੀ ਵੀ ਏਅਰਪੋਰਟ ਆ, ਉੱਥੋਂ ਲੰਡਨ ਤਾਂ ਬਰਮਿੰਘਮ ਤਾਂ ਜਾਂ ਹੋਰ ਜਿੱਥੇ ਵੀ ਪੰਜਾਬੀਆਂ ਦੇ ਗੜ੍ਹ ਆ, ਹੁਣ ਇੱਧਰ ਆਪਾਂ ਕੈਲੀਫੋਰਨੀਆ 'ਚ ਬੈਠੇ ਹਾਂ, ਉੱਧਰ ਨਿਊਯਾਰਕ ਹੋਇਆ, ਟੋਰਾਂਟੋ, ਵੈਂਕੂਵਰ ਆ, ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਵੀ ਆਪਾਂ ਸਿੱਧੀਆਂ ਉਡਾਨਾਂ ਜ਼ਿਆਦਾ ਤੋਂ ਜ਼ਿਆਦਾ ਹੋਣ। ਇਹਦੇ ਨਾਲ ਪੰਜਾਬੀ ਖੁਸ਼ੀ ਸਿੱਧਾ ਆਪਣੇ ਘਰ ਆ ਸਕਦੇ ਆ। ਉਹਨਾਂ ਨੂੰ ਜੋ ਮੁਸ਼ਕਲਾਂ ਦਾ ਸਾਹਮਣਾ ਨਹੀਂ, ਵੀ ਪਹਿਲਾਂ ਇੱਧਰ ਇੱਕ ਪਾਸੇ ਜਹਾਜ਼ ਲੈ ਕੇ ਜਾਈਏ, ਫਿਰ ਦੂਜੇ ਪਾਸੇ ਜਾਈਏ, ਫਿਰ ਇੱਦਾਂ ਕਰੀਏ, ਫਿਰ ਸਫ਼ਰ ਉਹ ਜਿੰਨਾ ਲੰਬਾ ਹੋ ਜਾਂਦਾ ਆ, ਉਹਨਾਂ ਲੋਕੀ ਘੱਟ ਆਉਂਦੇ ਨੇ। ਸੋ ਉਹਦੇ ਨਾਲ ਮੈਂ ਕਿਹਾ ਵੀ ਤੁਹਾਡਾ ਵੀ ਇਹ 'ਚ ਫਾਇਦਾ ਹੋਊਗਾ, ਜਦੋਂ ਜ਼ਿਆਦਾ ਲੋਕੀ ਆਉਗੇ
ਸੈਰ ਸਪਾਟੇ ਦੇ ਤੌਰ 'ਤੇ, ਟੂਰਿਜ਼ਮ ਦੇ ਤੌਰ 'ਤੇ, ਜਾਂ ਜਿਹੜਾ ਤੁਹਾਡਾ ਕਾਰੋਬਾਰ ਦੇ ਤੌਰ 'ਤੇ, ਅਰਥ ਸ਼ਾਸਤਰ ਦੇ ਤੌਰ 'ਤੇ ਤੁਹਾਡੀ ਇਕੋਨਮੀ ਜਿਹੜੀ ਉਹ ਵਧੂਗੀ। ਸੋ ਇਹ ਤੁਹਾਡੇ ਲਈ ਵੀ ਫਾਇਦਾ ਤੇ ਸਾਡੇ ਲਈ ਵੀ ਫਾਇਦਾ। ਇਸ ਦੇ ਨਾਲ ਨਾਲ ਜਿਹੜੇ ਹੋਰ ਅਨੇਕਾਂ ਮਸਲੇ ਸੀ, ਜਿਵੇਂ ਕਿ ਸਿਆਸੀ ਕੈਦੀਆਂ ਦਾ, ਜੋ ਪੋਲੀਟੀਕਲ ਪ੍ਰਿਜ਼ਨਰਸ ਨੇ, ਉੱਥੇ ਬਹੁਤ ਸਾਰੇ ਜਿਹੜੇ ਵਿਅਕਤੀ ਜੋ ਜਿਨ੍ਹਾਂ ਨੂੰ ਸਜ਼ਾ ਹੋ ਗਈ ਸੀ, ਉਹ ਕਈ ਬੰਦੀ ਸਿੰਘ ਆ ਜਿਹੜੇ, ਉਹ ਕਈ ਦਹਾਕੇ ਰੰਧਾਵਾ ਸਾਹਿਬ ਉੱਥੇ ਜੇਲ੍ਹ ਦੇ ਵਿੱਚ ਉਹ ਨਜ਼ਰਬੰਦ ਨੇ, ਸਜ਼ਾ ਭੁਗਤਣ ਤੋਂ ਬਾਅਦ ਵੀ ਹਲੇ ਅੰਦਰ, ਤਾਂ ਵੀ ਉੱਥੇ ਬਿਲਕੁਲ ਉਹ ਉੱਥੇ ਹਿਰਾਸਤ ਦੇ ਵਿੱਚ ਨੇ। ਸੋ ਉਹਨਾਂ ਨੂੰ ਉਹਦੇ ਲਈ ਵੀ ਆਵਾਜ਼ ਉਠਾਉਣੀ, ਕਿਉਂਕਿ ਦੇਖੋ ਜਿਵੇਂ ਮੇਰੇ ਹਲਕਾ ਨਿਵਾਸੀ ਸਲੋ ਦੇ ਵਿੱਚ ਜਾਂ ਯੂਕੇ ਦੇ ਵਿੱਚ ਜਿੱਦਾਂ ਲੋਕੀ ਗੱਲ ਕਰਦੇ ਨੇ, ਉਹ ਬੜੇ ਤਰੀਕੇ ਦੇ ਨਾਲ, ਬੜੇ ਪਿਆਰ ਨਾਲ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਦੇਖੋ ਆਹ ਮਸਲੇ, ਚਾਹੇ ਉਹ ਹਜ਼ਾਰਾਂ ਮੀਲ ਦੂਰ ਰਹਿੰਦੇ ਨੇ, ਉਹਨਾਂ ਲਈ ਇਹ ਪ੍ਰਮੁੱਖ ਨੇ, ਤੁਸੀਂ ਇਹਨਾਂ 'ਤੇ ਵੀ ਗੌਰ ਫਰਮਾਓ, ਤਾਂ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਵੀ ਇਨਸਾਫ ਮਿਲੇ। ਅਤੇ ਇਸ ਦੇ ਨਾਲ ਨਾਲ ਦੇਖੋ ਮੇਰਾ ਸੀਗਾ ਵੀ ਆਪਸ ਜਿਹੜਾ ਸਾਡਾ ਪਿਆਰ ਆ, ਵਪਾਰ ਆ, ਹਰ ਪੱਖੋਂ ਜਿਹੜੇ ਸੰਬੰਧ ਆ, ਜੋ ਸੱਭਿਆਚਾਰਕ ਜਿਹੜੀਆਂ ਸਾਂਝਾਂ ਕਲਚਰਲ ਐਕਸਚੇਂਜਿਸ ਆ, ਵੀ ਉਹ ਵੀ ਆਪਾਂ ਵਧਾਈਏ। ਅਤੇ ਇਸ ਦੇ ਨਾਲ ਜਿਹੜਾ ਇੰਪੋਰਟ ਐਕਸਪੋਰਟ ਦਾ ਕੰਮ ਹੈ ਵੀ ਉਹ ਵਧੇ, ਤਾਂ ਉਹ ਤਾਂ ਹੀ ਹੋ ਸਕਦਾ ਵੀ ਜੇ ਆਪਾਂ ਸਮਝ ਲਓ ਵੀ ਸਿੱਧੀਆਂ ਉਡਾਨਾਂ ਦਾ ਇਹ ਵੀ ਆ ਵੀ ਕਾਰਗੋ ਜ਼ਿਆਦਾ ਉੱਥੋਂ ਪੰਜਾਬ ਤੋਂ ਵੀ ਬਾਹਰਲੇ ਦੇਸ਼ਾਂ ਜਾਊਗਾ ਸਿੱਧਾ, ਤਾਂ ਉੱਧਰੋਂ ਇੱਧਰ ਨੂੰ ਇੰਡੀਆ ਵੱਲ ਨੂੰ ਵੀ ਆਊਗਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੈਂ ਸਮੇਂ-ਸਮੇਂ 'ਤੇ ਉਠਾਉਂਦਾ ਰਿਹਾ ਆ ਪਾਰਲੀਮੈਂਟ 'ਤੇ। ਕੋਈ ਸਾਰਥਕ ਨਤੀਜੇ ਨਿਕਲੇ ਉਹਦੇ ਵੀ? ਜੀ ਦੇਖੋ, ਸਿੱਧੀਆਂ ਉਡਾਨਾਂ ਰੱਬ ਦੀ ਮਿਹਰ ਨਾਲ ਹੋ ਗਈਆਂ। ਪਹਿਲਾਂ ਚੱਲਦੀਆਂ ਸੀ, ਫਿਰ ਬੰਦ ਹੋ ਗਈਆਂ ਸੀ, ਪਰ ਹੁਣ ਅਸੀਂ ਜਦੋਂ ਮਸਲਾ ਉਠਾਇਆ ਬਾਰ-ਬਾਰ, ਉਹ ਮੈਂ ਸੋਸ਼ਲ ਮੀਡੀਆ ਜਿਹੜੇ ਆਪਣੇ, ਹੁਣ ਦੇਖੋ ਸੋਸ਼ਲ ਮੀਡੀਆ ਰੱਬ ਦੀ ਮਿਹਰ ਨਾਲ ਆਪਾਂ ਸਾਰੇ ਪਲੇਟਫਾਰਮਾਂ 'ਤੇ ਆ, ਚਾਹੇ ਉਹ ਫੇਸਬੁੱਕ ਆ, ਟਵਿੱਟਰ ਆ, ਇੰਸਟਾਗ੍ਰਾਮ ਆ, ਯੂਟਿਊਬ ਆ, ਟਿਕਟੋਕ ਆ, @10TACey, ਤੇ ਸਾਰੇ ਜਿਹੜੇ ਲੋਕ ਨੇ ਉਹ ਖੁਦ ਦੇਖ ਸਕਦੇ ਨੇ ਵੀ ਮੇਰੀ ਕਾਰਗੁਜ਼ਾਰੀ ਕੀ ਆ, ਮੇਰੇ ਵਿਚਾਰ ਕਿਹੋ ਜਿਹੇ ਨੇ। ਸੋ ਜਿਹੜੇ ਅਲੱਗ-ਅਲੱਗ ਵੀਡੀਓਜ਼ ਉਹ 'ਤੇ ਆਪਾਂ ਸਮੇਂ-ਸਮੇਂ 'ਤੇ ਜਿਹੜੀ ਜੋ ਅਪਲੋਡ ਕਰਦੇ ਰਹਿੰਦੀ ਸਾਡੀ ਟੀਮ, ਸੋ ਉਹਦੇ ਨਾਲ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਕਿਹੋ ਜਿਹੇ ਮਸਲੇ ਬੰਦਾ ਸਾਡਾ ਉਠਾ ਰਿਹਾ ਆ। ਅਤੇ ਮੈਂ ਉਹ ਇਹੋ ਜਿਹਾ ਤਾਂ ਕੰਮ ਆਪਾਂ ਕਰਦੇ ਰਹੂੰਗੇ, ਪਰ ਜੇ ਇਸ ਤਰੀਕੇ ਨਾਲ ਜਿਹੜਾ ਹੁਣ ਆਪਾਂ ਸਿੱਧੀਆਂ ਉਡਾਨਾਂ ਦੀ ਆਪਾਂ ਗੱਲ ਲਈਏ, ਉਹਦਾ ਜੋ ਆਪਾਂ ਕਾਇਮ ਕਰ ਪਾਏ, ਪਰ ਦੇਖੋ ਹਜੇ ਵੀ ਮੈਂ ਸਮਝਦਾ ਕਿ ਉਹ ਸਹੀ ਮੁਕਾਮ 'ਤੇ ਉਹ ਗੱਲ ਨਹੀਂ ਪਹੁੰਚੀ। ਏਅਰ ਇੰਡੀਆ ਦਾ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਿੱਧੀਆਂ ਉਡਾਨਾਂ ਸ਼ੁਰੂ ਕੀਤੀਆਂ। ਹੋਰ ਜਿਹੜੀਆਂ ਅਸੀਂ ਕੋਸ਼ਿਸ਼ ਤਾਂ ਸੀਗੀ ਵੀ ਹੋਰ ਵੀ ਇੰਡੀਅਨ ਏਅਰਲਾਈਨਸ ਜਾਂ ਉੱਧਰੋਂ ਯੂਕੇ ਦੀਆਂ ਏਅਰਲਾਈਨਸ 'ਤੇ ਇਹ ਬੀੜਾ ਚੁੱਕਣ, ਪਰ ਅਸੀਂ ਚਾਹੁੰਦੇ ਸੀਗੇ ਇਹ ਵੀ ਕਿ ਰੋਜ਼ਾਨਾ ਹੋਵੇ ਉਡਾਨ, ਵੀ ਸਿੱਧੀਆਂ ਉਡਾਨਾਂ ਜੋ ਲੰਡਨ, ਉਚੇਚੇ ਤੌਰ ਲੰਡਨ ਤੋਂ ਬਰਮਿੰਘਮ ਵੀ ਆਪਣੇ ਜੋ ਗੜ੍ਹ ਹੈਗਾ, ਪਰ ਹਫ਼ਤੇ ਵਿੱਚ 3 ਜਾਂ 4 ਉਡਾਨਾਂ ਸਿੱਧੀਆਂ ਜਿਹੜੀਆਂ ਸ਼ੁਰੂ ਹੋ ਗਈਆਂ। ਸੋ ਅਸੀਂ ਉਸ 'ਤੇ ਤਾਂ ਵੀ ਦਬਾਅ ਪਾ ਰਹੇ। ਮੈਂ ਹੀਥਰੋ ਏਅਰਪੋਰਟ ਸਾਡੇ ਸਲੋ ਇਲਾਕੇ ਦੇ ਬਿਲਕੁਲ ਐਨ ਮੁੱਢੀ ਆ, ਜੇ ਕਹਿ ਲਓ ਵੀ ਹਜ਼ਾਰਾਂ ਲੋਕ ਜਿਹੜੇ ਸਲੋ ਤੋਂ ਉੱਥੇ ਹੀਥਰੋ ਦੇ ਵਿੱਚ ਕੰਮ ਕਰਦੇ ਆ। ਸੋ ਉਸ ਜਿਹੜੇ ਹੀਥਰੋ ਏਅਰਪੋਰਟ ਦੇ ਚੀਫ ਐਗਜ਼ੀਕਟਿਵ ਜਾਂ ਉਹਨਾਂ ਦੇ ਨਾਲ ਵੀ ਮੈਂ ਸਮੇਂ-ਸਮੇਂ 'ਤੇ ਗੱਲ ਕਰਦਾ ਰਹਿੰਦਾ ਹਾਂ। ਬਾਕੀ ਵੀ ਜੋ ਮੰਤਰੀ ਸਾਹਿਬਾਨਾਂ ਨੇ, ਜੋ ਹਵਾਬਾਜ਼ੀ ਮੰਤਰੀ ਜਿਹੜੇ ਸਾਡੇ ਏਵੀਏਸ਼ਨ ਮੰਤਰੀ ਯੂਕੇ ਦੇ ਵਿੱਚ ਨੇ ਜਾਂ ਹੋਰ ਦੇਸ਼ਾਂ ਦੇ, ਉਹ ਇਹ ਵੀ ਕਾਰਵਾਈ ਚੱਲਦੀ ਰਹਿੰਦੀ ਆ। ਦੇਖੋ ਰੰਧਾਵਾ ਸਾਹਿਬ, ਇਸ ਦੇ ਨਾਲ ਨਾਲ ਜਿੱਥੇ ਤੱਕ ਇਹ ਇੰਡੀਆ ਦੇ ਮਸਲੇ ਵੀ ਜ਼ਰੂਰੀ ਆ, ਪਰ ਜਿਹੜੇ ਸਾਡੇ ਯੂਕੇ ਦੇ ਵਿੱਚ ਜੋ ਸਿੱਖ ਭਾਈਚਾਰੇ ਦੇ ਮਸਲੇ ਨੇ, ਉਹਨਾਂ 'ਚੋਂ ਉਚੇਚੇ ਤੌਰ 'ਤੇ ਮੈਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਰਲ ਮਿਲ ਕੇ ਜਿਹੜਾ ਨੈਸ਼ਨਲ ਸਿੱਖ ਵੋਰ ਮੈਮੋਰੀਅਲ ਟਰਸਟ ਜੋ ਸਥਾਪਿਤ ਕੀਤਾ। ਬਹੁਤ ਅੱਛੇ। ਮੇਰਾ ਵੈਸੇ ਅਗਲਾ ਸਵਾਲ ਇਹੋ ਸੀ ਕਿ ਵਰਲਡ ਵਾਰ 'ਚ ਜਦੋਂ ਹੋਈ ਆ ਉਦੋਂ ਬਹੁਤ ਸਾਰੇ ਸਿੱਖਾਂ ਨੇ ਯੋਗਦਾਨ ਪਾਇਆ ਸੀ। ਬਿਲਕੁਲ। ਤੇ ਤੁਸੀਂ ਕੀ ਉਹਦੇ ਲਈ ਕੋਈ ਉਪਰਾਲਾ ਕਰ ਰਹੇ ਹੋ? ਬਿਲਕੁਲ ਰੰਧਾਵਾ ਸਾਹਿਬ, ਦੇਖੋ ਜਦੋਂ ਮੇਅਰ ਵਜੋਂ ਸੇਵਾ ਨਿਭਾਈ ਸੀ, ਗ੍ਰੇਵਜ਼ਨ ਦੇ ਹਲਕਾ ਨਿਵਾਸੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਆ ਕਿ ਉਦੋਂ ਮੇਅਰ ਹੋਣ ਵਜੋਂ ਇੱਕ ਜਿਹੜੀ ਰਹਿਨੁਮਾਈ ਕੀਤੀ ਸੀ, ਇੱਕ ਸਾਂਝਾ ਜਿਹੜਾ ਸਾਡਾ ਇਹ ਪ੍ਰੋਗਰਾਮ ਸੀਗਾ ਵੀ ਆਪਾਂ ਇੱਕ ਸਰਦਾਰ ਫੌਜੀ ਦਾ ਬੁੱਤ ਇੱਥੇ ਸਥਾਪਿਤ ਕਰਨਾ ਸ਼ਹਿਰ ਦੇ ਵਿੱਚ, ਇਕੱਲੇ ਗੁਰੂ ਘਰ ਦੇ ਵਿੱਚ ਨਹੀਂ, ਜੋ ਸ਼ਹਿਰ ਦੇ ਗ੍ਰੇਵਜ਼ਨ ਸ਼ਹਿਰ ਦੇ ਕੇਂਦਰ ਦੇ ਵਿੱਚ। ਸੋ ਉਹੀ ਅਸੀਂ ਕੀਤਾ। ਜਿਹੜੀ ਉੱਥੇ ਬਾਜ਼ਾਰ, ਜਿਹੜੀ ਮਾਰਕੀਟ ਆ, ਐਨ ਜਿਹੜਾ ਦਰਿਆ ਰਿਵਰ ਟੈਮਜ਼ ਆ, ਉਹਦੇ ਕੰਢੇ 'ਤੇ ਇੱਕ ਬਹੁਤ ਹੀ ਵਧੀਆ ਜਿਹੜਾ ਸਰਦਾਰ ਸਤਿੰਦਰ ਸਿੰਘ ਪੁੱਜੀ, ਜਿਨ੍ਹਾਂ ਨੂੰ DFC ਜੋ ਡਿਸਟਿੰਗੁਇਸ਼ ਫਲਾਈਂਗ ਕ੍ਰਾਸ ਦੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ ਸੀਗਾ। ਉਹ DFC ਉਹਨਾਂ ਨੂੰ ਇਸ ਕਰਕੇ ਮਿਲਿਆ ਸੀਗਾ ਕਿਉਂਕਿ ਦੂਸਰੀ ਵਿਸ਼ਵ ਯੁੱਧ ਵਿੱਚ ਉਹ ਇੱਕ ਫਾਈਟਰ ਪਾਇਲਟ ਦੇ ਵਜੋਂ ਸੇਵਾ ਨਿਭਾ ਰਹੇ ਸੀਗੇ। ਉਦੋਂ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ, ਪਰ ਉਹਨਾਂ ਨੇ ਕਈ 100 ਜਿਹੜੇ ਫੌਜੀ ਨੂੰ ਬਚਾਇਆ ਸੀਗਾ ਆਪਣੇ ਜਹਾਜ਼ ਵਿੱਚ। ਉੱਥੇ ਖਤਰਾ ਸਿਰ ਲੈ ਕੇ ਵਾਪਸ ਉਹਨਾਂ ਨੂੰ ਲੈ ਕੇ ਆਂਦਾ। ਉਸ ਕਰਕੇ ਜੋ ਮੌਕੇ ਦੀ ਸਰਕਾਰ ਨੇ ਉਹਨਾਂ ਨੂੰ ਉਸ ਨਾਲ ਨਿਵਾਜਿਆ ਸੀ। ਸੋ ਉਹ ਗ੍ਰੇਵਜ਼ਨ ਦੇ ਵਿੱਚ ਇਸ ਕਰਕੇ ਕਿਉਂਕਿ ਉਹਨਾਂ ਨੇ ਆਪਣੇ ਆਖਰੀ ਜਿਹੜੇ ਸਾਲ ਸੀ, ਆਖਰੀ ਪਲ
ਉੱਥੇ ਬਿਤਾਏ ਸੀ। ਸੋ ਜਿਹੜੇ ਉੱਥੇ ਸਾਡੇ ਸਥਾਨਕ ਜਿਹੜੀ ਕਾਉਂਸਲ ਸੀ, ਕਾਉਂਸਲ ਲੀਡਰ ਨਾਲ ਵੀ ਗੱਲ ਕੀਤੀ ਤੇ ਉਹਨੂੰ ਬਾਕੀ ਸਾਰਿਆਂ ਨੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਕਿ ਅਸੀਂ ਸਰਦਾਰ ਫੌਜੀ ਦਾ ਪੁੱਤ ਲਾਉਣ ਨੂੰ ਤਿਆਰ ਹਾਂ, ਪਰ ਉਹਦਾ ਇਸ ਸ਼ਹਿਰ ਦੇ ਨਾਲ ਕੋਈ ਨਾਤਾ ਹੋਣਾ ਚਾਹੀਦਾ। ਸੋ ਸਤਿੰਦਰ ਸਿੰਘ ਪੁੱਜੀ ਉਹ ਨਾ ਮੇਰੇ ਰਿਸ਼ਤੇਦਾਰ, ਨਾ ਜਿੱਦਾਂ ਕਹਿੰਦੇ ਹੁੰਦੇ ਪੰਜਾਬੀ 'ਚ ਆਪਾਂ ਠੇਠ ਪੰਜਾਬੀ 'ਚ ਕਹਿ ਲਓ ਵੀ ਨਾ ਸਾਡੇ ਚਾਚੇ ਤਾਏ ਦੇ ਪੁੱਤ ਸੀ ਜਾਂ ਹੋਰ ਕੁਛ। ਇਹ ਸੀਗਾ ਵੀ ਸਾਨੂੰ ਤਾਂ ਸਿਰਫ ਸੀਗਾ ਵੀ ਸਰਦਾਰਾਂ ਦਾ ਜਿਹੜੀ ਉਹ ਪਛਾਣ ਆ ਉਹਦੇ ਨਾਲ। ਦੇਖੋ ਰੰਧਾਵਾ ਸਾਹਿਬ ਕੀ ਹੋਇਆ ਕਿ ਜੋ ਸਿੱਖ ਬੱਚੇ ਨੇ, ਹੁਣ ਸਾਡੇ ਵਰਗੇ ਵੀ ਸੀ ਜਦੋਂ ਉੱਥੇ ਸਕੂਲ ਦੇ ਵਿੱਚ ਸੀ, ਸਾਡਾ ਨਸਲੀ ਵਿਤਕਰਾ ਹੋਇਆ। ਕਿਸੇ ਇੱਕ ਵਿਅਕਤੀ ਨੇ ਜੋ ਮੇਰੇ ਹੀ ਕਲਾਸ ਦੇ ਵਿੱਚ ਸੀ, ਉਹਨੇ ਪੱਗ ਉਤਾਰਨ ਦੀ ਮੇਰੀ ਕੋਸ਼ਿਸ਼ ਕੀਤੀ। ਸੋ ਇਹ ਅਸੀਂ ਸੀਗਾ ਵੀ ਸਿੱਖ ਬੱਚੇ, ਸਾਡੇ ਬੱਚਿਆਂ ਨੂੰ ਵੀ ਫਖਰ ਤਾਂ ਮਾਣ ਹੋਵੇ ਕਿ ਸਰਦਾਰੀ ਦੀ ਅਹਿਮੀਅਤ ਦੇ ਬਾਰੇ ਪਤਾ ਲੱਗੇ ਵੀ ਉਹ ਦੇਖੋ ਇਹ ਜਿਹੜਾ ਸਾਡਾ ਇਹ ਜਿਹੜਾ ਦੇਸ਼ ਆ UK ਆ, ਉਹ ਇਹਨਾਂ ਵਿਅਕਤੀਆਂ ਨੂੰ, ਇਹਨਾਂ ਸਰਦਾਰਾਂ ਨੂੰ ਇੰਨਾ ਇੱਜ਼ਤ ਮਾਣ ਬਖਸ਼ਿਆ ਆ ਜੀ। ਤੇ ਇਸ ਦੇ ਨਾਲ ਨਾਲ ਜਿਹੜਾ 99% ਜਿਹੜੇ ਬਾਕੀ ਵੀ ਨੇ ਉਹਨਾਂ ਲਈ ਵੀ ਇੱਕ ਇਤਿਹਾਸ, ਕਿਉਂਕਿ ਹੁਣ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ, ਮੈਨੂੰ ਇਹ ਸੀਗਾ ਵੀ ਜਿਹੜਾ ਬਾਕੀਆਂ ਨੂੰ ਵੀ ਇਤਿਹਾਸ ਦੇ ਨਾਲ ਜਾਣੂ ਕਰਾਇਆ ਜਾਵੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ। ਉਹ ਆਪਣੀਆਂ ਜਾਨਾਂ ਗਵਾ ਗਏ, 1 ਲੱਖ ਤੋਂ ਵੱਧ ਜ਼ਖਮੀ ਹੋਏ। ਸੋ ਉਹ ਬਹੁਤ ਅਹਿਮੀਅਤ ਰੱਖਦੇ। ਜਿਹੜਾ ਬ੍ਰਿਟਿਸ਼ ਇੰਡੀਅਨ ਆਰਮੀ ਸੀ ਰੰਧਾਵਾ ਸਾਹਿਬ, ਉਹਦੇ ਵਿੱਚ ਜੋ 20% ਦੀ ਹਿੱਸਾ ਸਿੱਖ ਭਾਈਚਾਰੇ ਦਾ ਸੀਗਾ। ਹਾਲਾਂਕਿ ਸਿਰਫ 2% ਦੀ ਜਿਹੜੀ ਆਬਾਦੀ ਸੀ ਉਹ ਸਿੱਖ ਭਾਈਚਾਰੇ, ਪਰ 20% ਦੀ ਉਹਨਾਂ ਦਾ ਇੰਨਾ ਯੋਗਦਾਨ ਸੀਗਾ ਫੌਜ ਦੇ ਵਿੱਚ। ਸਾਡੇ ਆਪਣੇ ਜਿਹੜੇ ਪੜਦਾਦਾ ਜੀ, ਜੋ ਸਾਡੇ ਗ੍ਰੇਟ ਗ੍ਰੈਂਡਫਾਦਰ ਕਹਿ ਲਓ, ਸਾਡੇ ਨਾਨੀ ਜੀ ਦੇ ਪਿਤਾ ਜੀ, ਪੜਨਾਨਾ ਜੀ, ਉਹਨਾਂ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਹਿੱਸਾ ਲਿਆ। ਉੱਥੇ ਉਹਨਾਂ ਦੀ ਇੱਕ ਲੱਤ ਜੋ ਨਹੀਂ ਰਹੀ ਤੇ ਉਹ ਸਾਡੇ ਜਿਹੜੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਵੀ ਨਾਨੀ ਜੀ ਦੇ ਭਰਾ, ਹੋਰ ਵੀ ਦੋਸਤਾਂ ਰਿਸ਼ਤੇਦਾਰਾਂ ਦੇ ਜਿਹੜੇ ਜੋ ਵਿਅਕਤੀ ਸੀ, ਆਪਾਂ ਪਤਾ ਆ ਵੀ ਜੋ ਸਿੱਖਾਂ ਦੀ ਜਿਹੜੀ ਮਿਲਟਰੀ ਟ੍ਰੈਡੀਸ਼ਨ, ਜੋ ਮਾਰਸ਼ਲ ਜੋ ਪਰੰਪਰਾਵਾਂ ਨੇ ਬਹੁਤ ਹੀ ਜੋ ਮੰਨੀਆਂ ਜਾਂਦੀਆਂ, ਮੰਨੀਆਂ ਪਰਮੰਨੀਆਂ ਨੇ ਸਿਰਫ UK ਦੇ ਵਿੱਚ, ਦੁਨੀਆ ਭਰ ਦੇ ਵਿੱਚ। ਸੋ ਉਹ ਮੈਂ ਚਾਹੁੰਦਾ ਸੀਗਾ ਵੀ ਜਿਹੜੀਆਂ ਸਾਰੀਆਂ ਕੁਰਬਾਨੀਆਂ ਆ, ਇਹ ਸਾਰੀਆਂ ਜੋ ਸੂਰਬੀਰਤਾ ਦੇ ਜਿਹੜੇ ਕਿੱਸੇ ਨੇ, ਇਹਨਾਂ ਨੂੰ ਆਪਾਂ ਚੇਤੇ ਸਿਰਫ ਆਪ ਨਹੀਂ ਕਰਨਾ, ਬਾਕੀਆਂ ਤੋਂ ਵੀ ਚੇਤੇ ਕਰਾਉਣਾ। ਸੋ ਉਸ ਦੀ ਬਦੌਲਤ ਹੁਣ ਆਪਾਂ ਜੋ ਲੰਡਨ ਆ, ਸਾਡੀ ਰਾਜਧਾਨੀ ਦੇ ਵਿੱਚ, ਐਨ ਕੇਂਦਰ ਦੇ ਵਿੱਚ, ਪਾਰਲੀਮੈਂਟ ਤੋਂ ਥੋੜਾ ਜੋ ਫਾਸਲੇ ਤੇ ਉੱਥੇ ਆਪਾਂ ਇੱਕ ਸਰਦਾਰ ਫੌਜੀਆਂ ਦਾ ਬੁੱਤ ਸਥਾਪਿਤ ਕਰਨਾ ਹੈ। ਸਾਨੂੰ ਸਰਕਾਰ ਵੱਲੋਂ ਵੀ ਸਾਥ ਮਿਲ ਰਿਹਾ ਹੈ, ਵਿਰੋਧੀ ਧਿਰ ਵੱਲੋਂ ਵੀ, ਜੋ ਮੇਅਰ ਆਫ ਲੰਡਨ ਨੇ ਸਦੀਕ ਖਾਨ, ਉਹਨਾਂ ਵੱਲੋਂ ਵੀ। ਸੋ ਅਸੀਂ ਉਹ ਪਿਛਲੇ 5 ਸਾਲਾਂ 'ਚ ਉਹ 'ਤੇ ਕੰਮ ਕਰ ਰਹੇ ਹਾਂ ਤੇ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਪੂਰੀ ਆਸ ਹੈ ਵੀ ਅਗਲੇ ਸਾਲ ਤੱਕ ਆਪਾਂ ਉਸ ਮੁਕਾਮ ਤੇ ਪਹੁੰਚੂਗੇ ਜਿੱਥੇ ਤੁਸੀਂ ਵੀ ਜਦੋਂ ਉੱਥੇ ਆਓਗੇ ਲੰਡਨ ਤਾਂ ਤੁਸੀਂ ਮਾਣ ਨਾਲ ਦੇਖੋਗੇ ਵੀ ਜਿੱਥੇ ਇੱਥੇ ਲੱਖਾਂ ਨਹੀਂ ਕਰੋੜਾਂ ਲੋਕ ਉਹ ਲੰਡਨ ਦੇ ਵਿੱਚ ਉਹ ਸੈਰ ਸਪਾਟੇ ਦਾ ਕੇਂਦਰ ਆ, ਦੁਨੀਆ ਭਰ ਤੋਂ ਲੋਕੀ ਆਉਂਦੇ ਨੇ, ਉਹ ਵੀ ਦੇਖੋਗੇ ਵੀ ਅੱਛਾ ਆਹ ਸਿੰਘਾਂ ਦਾ ਇੱਥੇ ਬੁੱਤ ਇਹਨਾਂ ਨੇ ਕਿਉਂ ਲਾਇਆ। ਇਹਦਾ ਥੋੜਾ ਬਹੁਤਾ ਇਹਦੇ ਬਾਰੇ ਗੂਗਲ ਬਾਬਾ ਜੀ ਕੋਲ ਜਾ ਕੇ ਜਾਣਕਾਰੀ ਲਈਏ ਤੇ ਪਤਾ ਕਰੀਏ ਵੀ ਇਹ ਕੀ ਆ। ਇਹ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਮੈਂ ਸਮਝਦਾ ਕਿ ਸਲੋਹ ਦੇ MP ਹੋਣ ਦੇ ਨਾਤੇ ਇਹ ਅਲੱਗ-ਅਲੱਗ ਉਹ ਸਲੋਹ ਦੇ ਵੀ ਮਸਲੇ ਉਠਾਉਣੇ ਆ ਐਨ ਪੁਰਜ਼ੋਰ ਤਰੀਕੇ ਨਾਲ। ਇਸ ਦੇ ਨਾਲ ਨਾਲ ਜਿਹੜੇ ਸਿੱਖਾਂ ਤਾਂ ਪੰਜਾਬੀਆਂ ਦੇ ਮਸਲੇ ਵੀ ਇਹ ਵੀ ਉਠਾਉਣੇ ਆ। ਸੋ ਮੈਨੂੰ ਆਸ ਆ ਕਿ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਆ ਇਹ ਤੁਹਾਡੇ ਦਰਸ਼ਕਾਂ ਦੁਆ ਕਰਦੇ ਆ ਜੀ, ਇਹ ਵੀ ਜਿਹੜੇ ਤੁਹਾਡੇ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਆ ਇਹ ਵਧੀਆ ਤਰੀਕੇ ਨਾਲ ਨਿਪੜੇ ਚੜ੍ਹਨ। ਇਹਦੇ ਨਾਲ ਨਾਲ ਇੱਕ ਸਵਾਲ ਮੇਰੇ ਹੋਰ ਜ਼ਿਹਨ ਵਿੱਚ ਆ ਰਿਹਾ ਸੀ ਕਿ ਉੱਥੇ ਬਹੁਤ ਸਾਰੇ ਸਿੱਖਾਂ ਨਾਲ ਸੰਬੰਧਿਤ ਇਤਿਹਾਸਕ ਸਥਾਨ ਹੈਗੇ ਆ, ਜਿਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਉਹਨਾਂ ਦੀ ਉੱਥੇ ਕਬਰ ਹੈਗੀ ਆ, ਹੋਰ ਵੀ ਜਿਵੇਂ ਕਹਿ ਸਕਦੇ ਆ ਕਿ ਕੋਹੀਨੂਰ ਹੀਰਾ ਉੱਥੇ ਆ, ਹੋਰ ਵੀ ਕਈ, ਮੈਂ ਉੱਥੇ ਖੁਦ ਵੀ ਗਿਆ ਸੀ, ਸਾਰਾ ਦੇਖ ਕੇ ਆਇਆ ਸੀ। ਉਹਦੇ ਰੱਖ ਰਖਾਵ ਦਾ ਤੁਹਾਡੇ ਹਿਸਾਬ ਨਾਲ ਕਿਸ ਤਰੀਕੇ ਨਾਲ ਇਸ ਵੇਲੇ ਚੱਲ ਰਿਹਾ? ਕੀ ਉਹਨੂੰ ਅਸੀਂ ਆਪਣਾ ਕਹਿ ਸਕਦੇ ਹਾਂ ਵੀ ਠੀਕ ਤਰੀਕੇ ਨਾਲ, ਜਾਂ ਕਿ ਉਹਨੂੰ ਹੋਰ ਵੀ ਬੰਦੋਬਸਤ ਕਰਨ ਦੀ ਲੋੜ ਹੈਗੀ ਹੈ? ਬਿਲਕੁਲ ਜੀ ਰੰਧਾਵਾ ਸਾਹਿਬ, ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛਿਆ ਕਿ ਤੇ ਮੈਂ ਉਹਨਾਂ ਵਿਅਕਤੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਮੈਂ ਖੁਦ ਵੀ ਉਹਨਾਂ ਦਾ ਕਈਆਂ ਦਾ ਕੀਤਾ ਆ। ਉੱਥੇ ਅਲੱਗ ਕਲੈਕਟਰਸ ਨੇ ਜੋ ਚੀਜ਼ਾਂ ਇਹੋ ਜਿਹੀਆਂ ਇਕੱਠੀਆਂ ਕਰਦੇ ਨੇ ਤੇ ਕੁਛ ਇਹ ਵੀ ਆ ਕਿ ਜਿਹੜੇ ਅਜਾਇਬ ਘਰ ਆ, ਮਿਊਜ਼ੀਅਮ ਦੇ ਵਿੱਚ ਵੀ ਉਹਨਾਂ ਦੀ ਦੇਖ ਰੇਖ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਆ। ਇਹ ਦੇਖੋ ਇਹ ਦਾਦ ਆ ਜਿਹੜੀ UK ਦੀ, ਬਰਤਾਨੀਆ ਦੀ ਆ ਕਿ ਉਹ ਇਤਿਹਾਸ ਦੀਆਂ ਬਹੁਤ ਜਿਹੜੀਆਂ ਅਨਮੋਲ ਵਸਤਾਂ ਨੂੰ ਬਹੁਤ ਸਾਂਭ ਕੇ ਰੱਖਦੇ ਨੇ। ਤਾਂ ਹੁਣ ਤਾਂ ਆਪਣੇ ਸਿੱਖ ਭਾਈਚਾਰੇ 'ਚੋਂ ਵੀ ਬਹੁਤ ਕਈ ਪੜ੍ਹੇ ਲਿਖੇ ਜੋ ਬੰਦੇ ਨੇ, ਬੀਬੀਆਂ ਨੇ, ਉਹ ਵੀ ਪੂਰੀ ਰੁਚੀ ਇਹਨਾਂ ਦੇ ਪ੍ਰਤੀ ਦਿਖਾ ਰਹੇ ਨੇ
ਜਿਵੇਂ ਮੈਂ ਕਲੈਕਟਰਸ ਦੀ ਗੱਲ ਕਰਾਂ, ਕਈਆਂ ਨੇ ਲੱਖਾਂ ਆਪਣੇ ਪਾਉਂਡ ਖਰਚ ਕੇ, ਕਈਆਂ ਨੇ ਉਹ ਤੋਂ ਵੀ ਕਈ ਮਿਲੀਅਨ ਪਾਉਂਡ ਖਰਚ ਕੇ ਤਾਂ ਆਪਣੀਆਂ ਕਲੈਕਸ਼ਨਸ ਜਿਹਨੂੰ ਕਹਿ ਰਹੇ ਨੇ ਵੀ ਜਿਹੜੋ ਉਹ ਚੀਜ਼ਾਂ ਇਕੱਠੀਆਂ ਕੀਤੀਆਂ ਨੇ, ਤਾਂ ਉਹ ਵੀ ਬਹੁਤ ਵਧੀਆ ਕਾਰਜ ਕਰ ਰਹੇ ਨੇ, ਕਿਉਂਕਿ ਇਤਿਹਾਸ ਨੂੰ ਸਾਂਭਣਾ ਬਹੁਤ ਜ਼ਰੂਰੀ ਆ। ਇਹ ਮੈਂ ਸਮਝਦਾ ਕਿ ਤਰਾਸਦੀ ਆ ਸਿੱਖ ਕੌਮ ਦੀ ਕਿ ਆਪਾਂ ਕਈ ਜਿਹੜੇ ਆਪਣੇ ਪੁਰਾਣੇ ਜਿਹੜੇ ਢਾਂਚੇ ਨੇ ਉੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਕਈ ਹੋਰ ਹਿੱਸਿਆਂ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਉਹ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਜੇ ਆਪਾਂ ਨਹੀਂ ਸੰਭਾਲਿਆ ਤਾਂ ਉਹਦੇ ਨਾਲ ਸਾਡੀਆਂ ਜਿਹੜੀਆਂ ਅਗਲੀਆਂ ਪੁਸ਼ਤਾਂ ਉਹਨਾਂ ਨੂੰ ਨੁਕਸਾਨ, ਇਤਿਹਾਸ ਖਤਮ ਹੋ ਜਾਊਗਾ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਆ ਉਹਨਾਂ ਨੂੰ ਸਾਂਭ ਕੇ ਰੱਖਣਾ। ਉਹਨਾਂ ਨੂੰ ਅੱਜ ਕੱਲ੍ਹ ਤਾਂ ਇੱਕ ਬਹੁਤ ਵਧੀਆ ਜਿਹੜਾ ਜੋ ਕੰਮ ਕੀਤਾ ਜਾ ਰਿਹਾ ਆ ਇੱਥੇ USA ਵਾਲਿਆਂ ਵੀ, ਕੈਨੇਡਾ ਤਾਂ ਜੋ UK ਵਾਲਿਆਂ ਤੋਂ ਵੀ ਜਿਹੜੇ ਪੜ੍ਹੇ ਲਿਖੇ ਕੁਛ ਆਪਣੇ ਜਿਹੜੇ ਨੌਜਵਾਨ ਨੇ, ਮੁਟਿਆਰਾਂ ਨੇ, ਉਹ ਡਿਜੀਟਾਈਜ਼ ਵੀ ਕਰ ਰਹੇ ਨੇ, ਅਲੱਗ-ਅਲੱਗ ਚੀਜ਼ਾਂ ਦੀਆਂ ਤਸਵੀਰਾਂ ਖਿੱਚ ਕੇ, ਤਾਂ ਉਹਨਾਂ ਦਾ ਜਿਹੜਾ ਅਨੁਵਾਦ, ਜਿਹੜਾ ਟ੍ਰਾਂਸਲੇਸ਼ਨ ਵੀ ਕੀਤੀ ਜਾ ਰਹੀ ਆ, ਤਾਂ ਉਹ ਸੇਵਾ ਸੰਭਾਲ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਤਾਂ ਮੈਂ ਸਮਝਦਾ ਹਾਂ ਕਿ ਜਿਹੜੇ ਇੱਥੇ ਬਹੁਤ ਸਾਰੇ ਤੁਹਾਡੇ ਪੰਜਾਬ ਮਿਲ USA ਦੇ ਦਰਸ਼ਕ ਨੇ, ਉਹ ਵੀ ਇਸ ਗੱਲ ਤੋਂ ਖੁਸ਼ ਹੋਊਗੇ। ਤਾਂ ਮੈਂ ਦੇਖੋ ਇੱਥੇ ਆ ਕੇ ਵੀ ਮੈਨੂੰ ਖੁਸ਼ੀ ਇਸ ਗੱਲ ਦੀ ਵੀ ਹੋਈ ਆ ਕਿ ਕੁਝ ਇਹੋ ਜਿਹੇ ਵਿਅਕਤੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਹੁਣ ਅਸੀਂ ਇੱਥੇ ਫਰੀਮੌਂਟ ਗੁਰਦੁਆਰੇ ਗਏ, ਤੁਸੀਂ ਵੀ ਉੱਥੇ ਨਾਲ ਹੀ ਸੀਗੇ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਜੋ ਗੁਰਦੁਆਰਾ ਸਾਹਿਬ ਨੇ ਉੱਥੇ ਸੰਗਤ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ, ਅਤੇ ਉਹਨਾਂ ਦੇ ਪਿਆਰ ਦੇ ਲਈ ਮੈਂ ਬਹੁਤ ਉਹਨਾਂ ਦਾ ਰਿਣੀ ਹਾਂ। ਅਤੇ ਮੈਨੂੰ ਆਸ ਹੈ ਕਿ ਦੇਖੋ ਇੱਥੇ ਵੀ ਸਟੋਕਟਨ ਗੁਰੂ ਘਰ ਆ, ਉੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲੂਗਾ ਰੱਬ ਕਰੇ, ਤਾਂ ਉੱਥੇ ਵੀ ਜਿਹੜਾ ਤੁਹਾਡਾ ਸਭ ਤੋਂ ਜੋ USA ਦਾ ਪਹਿਲਾ ਗੁਰਦੁਆਰਾ ਆ, ਇਤਿਹਾਸਿਕ ਗੁਰਦੁਆਰਾ, ਦੇਖੋ ਗਦਰੀ ਬਾਬਿਆਂ ਦੇ ਨਾਲ ਜੋ ਤਾਲੁਕ ਰੱਖਦਾ, ਉਹ ਇਤਿਹਾਸ ਤੋਂ ਸਾਡੇ ਵਰਗੇ ਭਲੀ ਭਾਂਤ ਜਾਣੂ ਆ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਇਤਿਹਾਸ ਨੂੰ ਵੀ ਇੱਥੇ ਸਾਂਭ ਕੇ ਰੱਖੋ, ਪਰ ਇਹਨੂੰ ਹੋਰ ਪ੍ਰਫੁੱਲਤ ਵੀ ਆਪਾਂ ਕਰੀਏ। ਜੀ ਬਿਲਕੁਲ। ਅੱਛਾ, ਅਗਲਾ ਸਵਾਲ ਬੜਾ ਇੱਕ ਅਹਿਮ ਸਵਾਲ, ਆਪਾਂ ਵਿਦੇਸ਼ਾਂ ਵਿੱਚ ਰਹਿੰਦੇ ਆ, ਦਸਤਾਰਧਾਰੀ ਆ ਜੀ, ਹਾਂਜੀ, ਪੂਰਾ ਸਾਡਾ ਜਿਹੜਾ ਭੇਸ ਆ ਉਹ ਆਮ ਲੋਕਾਂ ਨਾਲੋਂ ਵੱਖਰਾ ਹੈ। ਤੁਸੀਂ ਪਿੱਛੇ ਜੇ ਤੁਹਾਡੇ ਨਾਲ ਥੋੜੀ ਜਿਹੀ ਮੁਸ਼ਕਲ ਆਈ ਸੀ, ਤੁਹਾਡੇ ਪਾਰਲੀਮੈਂਟ 'ਚ ਬੈਠਿਆਂ ਨੇ ਜੀ, ਤੁਹਾਡੇ ਤੇ ਕਿਸੇ ਨੇ ਕੋਈ ਤੰਦ ਕੱਸੇ ਸੀ ਕਿ ਇਹ ਮਿਲੀਟੈਂਟ ਲੱਗਦਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਸੀ, ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਜਿਹੜੀ ਆ ਗੱਲ ਉਹ ਸਾਂਝੀ ਕਰੋ ਜੀ। ਦੇਖੋ ਉਹ ਸਾਰਾ ਕਿੱਸਾ ਕੀ ਆ? ਇਹ ਕਿੱਸਾ ਦੇਖੋ, ਇਹ ਤਾਂ ਸਮੇਂ-ਸਮੇਂ ਤੇ ਕੁਛ ਨਾ ਕੁਛ ਜਿਹੜਾ ਕਿਸੇ ਨੇ ਗਲਤ ਸ਼ਬਦਾਵਲੀ ਵਰਤਣੀ ਹੋਵੇ, ਇਹ ਹਰ ਇੱਕ ਦੀ ਆਪੋ ਆਪਣੀ ਅਲੱਗ-ਅਲੱਗ ਸੋਚ ਹੁੰਦੀ ਹੈ। ਇੱਕ ਹੁਣ ਦੇਖੋ, ਪਹਿਲਾਂ ਤਾਂ ਇੱਕ ਵਿਅਕਤੀ ਜਿਹੜਾ ਮੈਨੂੰ ਮਿਲਣ ਆਇਆ ਸੀ ਬਾਹਰ ਪਾਰਲੀਮੈਂਟ ਦੇ ਵਿੱਚ, ਇੱਕ ਸ਼ਖਸ ਖੜਾ ਸੀਗਾ, ਉਹਦੇ ਨਾਲ ਬਦਸਲੂਕੀ ਹੋਈ, ਉਹ ਦਸਤਾਰ ਪਹਿਨੀ ਹੋਈ ਸੀ, ਇੰਡੀਆ ਤੋਂ ਆਏ ਹੋਏ ਸੀਗੇ, ਤਾਂ ਕਿਸੇ ਵਿਅਕਤੀ ਨੇ ਉਹਨਾਂ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ। ਉਹ ਬਹੁਤ ਹੀ, ਮੈਨੂੰ ਤਾਂ ਨਮੋਸ਼ੀ ਹੋਈ, ਮੈਨੂੰ ਬਹੁਤ ਉਦਾਸ ਵੀ ਮੈਂ ਮਹਿਸੂਸ ਕੀਤਾ। ਤਾਂ ਜਿਹੜੇ ਹੋਰ ਵੀ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਵੀ ਸੀ ਸਾਡੇ ਪਾਰਲੀਮੈਂਟ ਦੇ ਬਾਹਰ, ਕਿੱਦਾਂ ਹੋ ਗਿਆ, ਉਹ ਵੀ ਮੈਂ ਮਸਲਾ ਪਾਰਲੀਮੈਂਟ ਦੇ ਵਿੱਚ ਉਠਾਇਆ ਸੀ। ਤਾਂ ਹੁਣ ਆਪਾਂ ਜੇ ਦੇਖੀਏ, ਥੋੜ੍ਹਾ ਸਮਾਂ ਪਹਿਲਾਂ ਇੱਕ ਜੋ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ MP ਸੀ, ਉਸ MP ਨੇ ਜਾ ਕੇ ਇਹ ਕਿਹਾ ਵੀ ਦੇਖੋ ਉੱਥੇ ਜਿਹੜਾ ਰੋਸ ਮੁਜ਼ਾਹਰਾ ਕਰ ਰਹੇ ਨੇ, ਇਹ ਜਿਹੜੇ ਵੱਖਵਾਦੀ ਨੇ, ਇਹਨਾਂ ਨੇ ਇਹ ਅੱਤਵਾਦੀ ਨੇ। ਇਹ ਮੈਂ ਸਮਝਦਾ ਕਿ ਦੇਖੋ ਜਿਹੜਾ ਇਹ ਅੱਤਵਾਦੀ ਲਫ਼ਜ਼ ਆ, ਇਹ ਤਦੀ ਅਸੀਂ ਆਪਸ 'ਚ ਉਹਦੇ ਬਾਰੇ ਵੀ ਗੱਲ ਕਰਕੇ ਅਤੇ ਉਹਦਾ ਇਹ ਮਸਲਾ ਪਾਰਲੀਮੈਂਟ ਦੇ ਵਿੱਚ ਵੀ ਉਠਾਇਆ ਸੀ, ਸੋਸ਼ਲ ਮੀਡੀਆ ਦੇ ਵਿੱਚ ਵੀ ਉਠਾਇਆ ਗਿਆ ਕਿ ਤੁਸੀਂ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤ ਸਕਦੇ ਵੀ ਜਿਹਦੇ ਨਾਲ ਤੁਸੀਂ ਸਾਰੀ ਇੱਕ ਕਿਸੇ ਕੌਮ ਨੂੰ ਜਾਂ ਸਾਰੇ ਕੋਈ ਵੀ ਵਿਚਾਰਧਾਰਾ ਦੇ ਜੋ ਸੰਬੰਧ ਤਾਲੁਕ ਰੱਖਦੇ ਹੋਣ ਕਿ ਤੁਸੀਂ ਹਰ ਇੱਕ ਨੂੰ ਅੱਤਵਾਦੀ ਦਾ ਜਾਂ ਤੁਸੀਂ ਇਹ ਲੇਬਲ ਲਾਉਂਦੇ ਰਹੋ। ਸੋ ਇਹ ਮਸਲਾ ਵੀ ਉੱਥੇ ਪਾਰਲੀਮੈਂਟ ਦੇ ਵਿੱਚ ਉਠਾਇਆ। ਦੇਖੋ ਇਹ ਤਾਂ ਰੰਧਾਵਾ ਸਾਹਿਬ ਜਦੋਂ ਮੈਂ ਕਿਸਾਨ ਮੋਰਚਾ ਉੱਥੇ ਹੋਇਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਹੋਇਆ, ਉਹ ਜਦੋਂ ਮੈਂ ਇਹ ਮਸਲਾ ਉੱਥੇ ਉਠਾਇਆ ਤਾਂ ਇੱਥੇ ਤਾਬੜ ਤੋੜ ਹਮਲੇ ਹੋਏ। ਉੱਥੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਵੀ ਜਿਹੜੇ ਵੀਡੀਓ ਜਦੋਂ ਅਲੱਗ-ਅਲੱਗ ਜਿਹਦੇ ਭਾਸ਼ਣ ਜਿਹੜੇ ਪਾਰਲੀਮੈਂਟ ਦੇ ਵਿੱਚ ਕੀਤੇ ਸੀ ਜਾਂ ਜਿਹੜੀ ਮੈਂ ਹੋਰ ਆਪਣੇ ਵਿਚਾਰ ਜਦੋਂ ਉੱਥੇ ਪੇਸ਼ ਕੀਤੇ, ਅਤੇ ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਟਰੋਲ, ਅਲੱਗ-ਅਲੱਗ ਵਿਅਕਤੀ ਜਿਹੜੇ ਵੀ ਅਕਾਊਂਟ ਵੀ ਨਕਲੀ ਸੀਗੇ, ਕਈ 100 ਨਹੀਂ ਕਈ ਹਜ਼ਾਰਾਂ ਨੇ ਤਾਬੜ ਤੋੜ ਹਮਲੇ ਕੀਤੇ। ਲੈ ਲਓ ਜੀ, ਇਹ ਉੱਥੇ ਗੱਲ ਕਰ ਰਿਹਾ, ਇਹ ਤਾਂ ਐਂਟੀ ਇੰਡੀਆ ਆ, ਇਹ ਤਾਂ ਵੱਖਵਾਦੀ ਹੈ, ਖਾਲਿਸਤਾਨੀ ਹੈ। ਮੈਂ ਕਿਹਾ ਤੁਸੀਂ ਤਾਂ, ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਆਪਣਾ ਰੌਲਾ ਜਿਹੜਾ ਪਾਉਣਾ ਆ ਇਹ ਤੁਸੀਂ ਪਾਈ ਜਾਓ। ਅਸੀਂ ਦੀ ਗੱਲ ਆ, ਮਨੁੱਖੀ ਅਧਿਕਾਰਾਂ ਦੀ ਗੱਲ ਹੈ, ਅਸੀਂ ਕਰ ਰਹੇ ਹਾਂ। ਅਸੀਂ ਕਿਸੇ
ਦੇ ਦੇਸ਼ ਦੀ ਸ਼ਾਨ ਦੇ ਖਿਲਾਫ ਨਹੀਂ, ਪਰ ਅਸੀਂ ਚਾਹੁੰਦੇ ਹਾਂ ਵੀ ਸਹੀ ਤਰੀਕੇ ਨਾਲ ਕੰਮ ਹੋਵੇ। ਉੱਥੇ ਤੋਂ ਕਿਸਾਨਾਂ ਨੇ ਜਿਹੜਾ ਆਪਣਾ ਮੋਰਚਾ ਜਿਹੜਾ ਵਿੱਢਿਆ ਹੋਇਆ ਸੀ ਵੀ ਉਹ ਆਪਣੇ ਮਨੁੱਖੀ ਅਧਿਕਾਰ, ਮੇਰੇ ਵਰਗੇ ਤਾਂ ਹਿਰਦਾ ਐਨ ਬਲੂੰਦੜਾ ਗਿਆ ਜਦੋਂ ਅਸੀਂ ਦੇਖਿਆ ਵੀ ਅਥਰੂ ਗੈਸ, ਉੱਥੇ ਲਾਠੀਆਂ ਉਹਨਾਂ ਤੇ ਵਰਾਈਆਂ ਗਈਆਂ। ਮੈਂ ਕਿਹਾ ਜਿਹੜਾ ਪਾਣੀ ਦੀਆਂ ਬਛਾੜਾਂ ਉਹਨਾਂ ਤੇ ਜਿਹੜੇ ਵਾਟਰ ਕੈਨਨਸ ਵੀ ਉਹਨਾਂ ਤੇ ਜੋ ਮਾਰੇ ਗਏ, ਇਹ ਤਾਂ ਬਹੁਤ, ਮੈਂ ਉਹਦੀ ਐਨ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿਖੇਧੀ ਕੀਤੀ। ਤਾਂ ਉਹ ਕਿਉਂਕਿ ਸਾਡੇ ਵਰਗੇ ਇਹ ਆ, ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ, ਉਹ ਵੀ ਖੇਤੀ ਨਾਲ ਤਾਲੁਕ ਰੱਖਦੇ ਆ। ਮੈਂ ਕਿਹਾ ਸਾਨੂੰ ਤਾਂ ਐਨ, ਮੈਂ ਕਿਹਾ ਇੱਥੇ ਲੱਗੜੀਆਂ ਜਿਹੜੀ ਚੋਟ ਆ, ਤੁਸੀਂ ਜੇ ਸਮਝਦੇ ਵੀ ਸਾਡੇ ਵਰਗਿਆਂ ਨੇ ਚੁੱਪ ਕਰਕੇ ਬਹਿ ਜਾਣਾ, ਇਹ ਕੰਮ ਨਹੀਂ ਹੋਣਾ। ਚਾਹੇ ਮੌਕੇ ਦੀ ਸਰਕਾਰ ਨੂੰ ਚੰਗਾ ਲੱਗੇ ਮਾੜਾ ਲੱਗੇ, ਉਹ ਸਾਡਾ ਫਰਜ਼ ਬਣਦਾ ਆ ਆਪਣੇ ਤਰਫੋਂ ਵੀ, ਤੇ ਜਿਹੜੇ ਸਾਡੇ ਹਲਕਾ ਨਿਵਾਸੀਆਂ ਵੱਲੋਂ ਇਹ ਆਵਾਜ਼ ਬੁਲੰਦ ਕੀਤੀ ਜਾਵੇ। ਤਾਂ ਉਹ ਤਾਂ ਵੀ ਉਹਦੇ ਬਾਵਜੂਦ ਵੀ ਜੋ ਹਮਲੇ ਹੁੰਦੇ ਰਹੇ। ਫਿਰ ਮੈਂ ਪਾਰਲੀਮੈਂਟ ਦੇ ਵਿੱਚ ਮੈਂ ਉਹਨਾਂ ਨੂੰ ਇਹ ਅਹਿਸਾਸ ਦਵਾਇਆ, ਮੈਂ ਕਿਹਾ ਵੀ ਇਹਦੇ ਨਾਲ ਤੁਸੀਂ ਜਿੰਨਾ ਤੁਸੀਂ ਇਹ ਕਾਰਵਾਈ ਕਰੋਗੇ, ਮੈਂ ਕਿਹਾ ਤੁਹਾਡੀ ਇਹ 2 ਰੁਪਈਏ ਦੀ ਟਵਿੱਟਰ ਟਰੋਲ ਫੈਕਟਰੀ ਆ, ਇਹ 2-2 ਰੁਪਈਆਂ ਨੂੰ ਪਈ ਤੇ ਤਰ੍ਹਾਂ ਦੀ ਟਵੀਟ ਤੁਸੀਂ ਠੋਕੀ ਜਾਂਦੇ। ਮੈਂ ਕਿਹਾ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਇਹ ਮੈਂ ਕਿਹਾ ਮੈਂ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਬੁਲੰਦ ਕਰੂੰਗਾ। ਤੇ ਜਦੋਂ ਮੈਂ ਦੇਖਿਆ ਵੀ ਕਿਸਾਨਾਂ ਤੇ ਹੋਰ ਤਾਬੜਤੋੜ ਹਮਲੇ ਹੋਏ, ਜਦੋਂ ਉੱਥੇ ਦੇ ਮੌਕੇ ਦੇ ਜਿਹੜੇ ਕਈ ਐਕਟਰ ਸੀਗੇ ਤਾਂ ਕਈ ਕ੍ਰਿਕਟ ਦੇ ਖਿਡਾਰੀ, ਉਹਨਾਂ ਨੇ ਕੋਈ ਬਣੀ ਬਣਾਈ ਜਿਹੜੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਲਾਉਂਦੇ ਰਹੇ, ਉਹ ਵੀ ਜੋ ਉਹਨਾਂ ਨੂੰ ਪਤਾ ਨਹੀਂ ਕਿਹਨੇ ਦਿੱਤੀ ਹੋਊਗੀ, ਤਾਂ ਉਹ ਵੀ ਐਨ ਇੱਕੋ ਜਿਹੀ ਜਿਹੜੀ ਨਕਲ ਹੁੰਦੀ ਆ ਉਹੀ ਚੱਕ ਕੇ ਪੋਸਟ ਕਰ। ਮੈਂ ਕਿਹਾ ਵੀ ਇਹ ਦੇਖੋ, ਇਹ ਕਿੰਨੀ ਬੇਇਨਸਾਫੀ ਆ ਕਿਸਾਨਾਂ ਦੇ ਨਾਲ ਵੀ ਜਿਹੜੇ ਦੇਸ਼ ਦੇ ਅੰਨਦਾਤਾ ਨੇ। ਤਾਂ ਹੁਣ ਤੁਹਾਡੇ ਕੋਲ 4 ਪੈਸੇ ਆ ਗਏ, ਤੁਸੀਂ ਜਿਹੜਾ ਵਧੀਆ ਨੌਕਰੀਆਂ ਤੇ ਲੱਗ ਗਏ ਜਾਂ ਵਧੀਆ ਇੱਥੇ ਐਕਟਰ ਲੱਗ ਗਏ, ਮੈਂ ਕਿਹਾ ਜਿਹੜੇ ਲੋਕਾਂ ਨੇ ਤੁਹਾਨੂੰ ਉੱਥੇ ਪਹੁੰਚਾਇਆ ਉਹੀ ਮੈਂ ਕਿਹਾ ਸਾਰਾ ਕੁਛ ਇਹ ਦੇਖ ਰਹੇ ਆ। ਤੇ ਜੇ ਮੈਂ ਕਿਹਾ ਜਿਹੜੀ ਕਈ ਮੀਡੀਆ ਆ ਜੋ ਉਹਨਾਂ ਨੂੰ ਸਹੀ ਤਰੀਕੇ ਨਾਲ ਉਸ ਹਰ ਪਹਿਲੂ ਨੂੰ ਪੇਸ਼ ਨਹੀਂ ਕਰ ਰਹੀ, ਉਹਨਾਂ ਨੂੰ ਵੀ ਆੜੇ ਹੱਥ ਲਿਆ, ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ, ਆਪਾਂ ਤਾਂ ਸੱਚ ਦੀ ਆਵਾਜ਼ ਉੱਥੇ ਬੁਲੰਦ ਕੀਤੀ। ਤਾਂ ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਉਹ ਗੱਲ ਨੂੰ ਪ੍ਰਮੁੱਖ ਰੱਖਦੇ ਹੋਏ ਉਹਨਾਂ ਨੇ ਉਸ ਗੱਲ ਨੂੰ ਪਸੰਦ ਵੀ ਕੀਤਾ ਵੀ ਦੇਖੋ ਸਾਡੀ ਆਵਾਜ਼, ਇਹ ਸਾਡਾ ਬੱਚਾ, ਸਾਡਾ ਇਹ ਵੀਰ ਬਣਿਆ ਉੱਥੇ। ਸੋ ਇਹ ਮੇਰੀ ਕੋਸ਼ਿਸ਼ ਹੁੰਦੀ ਆ। ਦੇਖੋ ਰੰਧਾਵਾ ਸਾਹਿਬ, ਜੱਗ ਤਾਂ ਕਿਸੇ ਨੇ ਜਿੱਤ ਨਹੀਂ ਰਿਹਾ ਤੇ ਹਰ ਇੱਕ ਨੂੰ ਹਰ ਇੱਕ ਗੱਲ ਪਸੰਦ ਵੀ ਨਹੀਂ ਹੋਣੀ, ਪਰ ਮੈਂ ਆਪਣੀ ਸਾਫ਼ ਤਰੀਕੇ ਨਾਲ, ਨੇਕ ਨੀਅਤ ਨਾਲ ਉੱਥੇ ਆਪਣੀ ਨੁਮਾਇੰਦਗੀ ਕਰ ਰਿਹਾ। ਅੱਗੇ ਤੋਂ ਵੀ ਕਰਾਂਗਾ। ਪਰਮਾਤਮਾ ਜਿੰਨਾ ਕੁ ਵੀ ਉਹ ਸੇਵਾ ਲੈਣਾ ਚਾਹੋਗੇ, ਸਲੋ ਹਲਕਾ ਨਿਵਾਸੀ ਜਿੰਨਾ ਲੈਣਾ ਚਾਹੋਗੇ, ਲੇਬਰ ਪਾਰਟੀ ਜਿੰਨਾ ਲੈਣਾ ਚਾਹੋਗੇ, ਆਪਾਂ ਕਰਦੇ ਰਹੋਗੇ। ਤੇ ਇਹ ਮੇਰੇ ਲਈ ਬਹੁਤ ਜ਼ਰੂਰੀ ਆ ਕਿ ਆਪਾਂ ਉੱਥੇ ਜੋ ਆਸਾਂ ਨੇ, ਸਿਰਫ ਮੇਰੇ ਖੁਦ ਵੱਲੋਂ ਨਹੀਂ ਜਾਂ ਮੇਰੇ ਪਰਿਵਾਰ ਵੱਲੋਂ ਨਹੀਂ, ਜੋ ਕੌਮ ਵੱਲੋਂ ਵੀ ਜਿਹੜੀਆਂ ਆਸਾਂ ਨੇ, ਉਹਨਾਂ ਤੋਂ ਵੀ ਮੈਂ ਭਲੀ ਭਾਂਤ ਜਾਣੂ। ਉਹ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਮੈਂ ਸਮਝਦਾ ਹਾਂ ਕਿ ਉੱਥੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਉਹਦਾ ਧੱਬਾ ਸਿਰਫ ਮੇਰੇ ਤੇ ਨਹੀਂ ਲੱਗਣਾ, ਇਹ ਹੋਰਨਾਂ ਤੇ ਵੀ, ਹੋਰ ਇਸ ਪਗੜੀ ਤੇ ਵੀ ਲੱਗਣਾ ਹੈ। ਸੋ ਤਦੀ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਸਹੀ ਤਰੀਕੇ ਨਾਲ ਉਹ ਨੁਮਾਇੰਦਗੀ ਹੋਵੇ। ਤੇ ਉੱਥੇ ਤਾਂ ਮੈਂ ਤਾਂ ਐਨ ਸੀਨਾ ਠੋਕ ਕੇ ਗੱਲ ਕਰਨਾ ਪਾਰਲੀਮੈਂਟ ਦੇ ਵਿੱਚ ਖੜ ਕੇ ਵੀ। ਮੈਂ ਕਿਹਾ ਇਹ ਜਿਹੜਾ ਸਿੰਘਾਂ ਦਾ ਜਿਹੜਾ ਇਹ ਸ਼ੇਰ ਜਿਹੜਾ ਇੱਥੇ ਗਰਜਣਾ ਆ, ਇਹ ਮੈਂ ਕਿਹਾ ਕੱਲ ਇੱਕੋ ਹੀ ਇੱਕ ਨੌਕਰੀ ਆ ਮੇਰੀ। ਮੈਂ ਕਿਹਾ ਤੁਸੀਂ ਇੱਦਾਂ ਨਾ ਸੋਚਿਓ ਵੀ ਮੈਂ ਕਈ ਜਿਹੜੇ ਹੋਰ MP ਆ ਵੀ ਇੱਥੇ ਦੂਜੀ ਤੀਜੀ ਚੌਥੀ ਨੌਕਰੀ ਜਾਂ ਹੋਰ ਪਾਸਿਓਂ ਪੈਸੇ ਇਕੱਠੇ ਕਰੀ ਜਾਂਦੇ ਆ। ਮੈਂ ਤਾਂ ਕਈਆਂ ਉਹਨਾਂ ਨੂੰ ਵੀ MPs ਨੂੰ ਆੜੇ ਹੱਥ ਲੈ ਲੈਂਦਾ। ਮੈਂ ਕਿਹਾ ਵੀ ਜਦ ਦਾ ਮੈਂ ਕਿਹਾ ਮੈਂ ਇੱਥੇ ਆਇਆ, ਮੇਰਾ ਇਹ ਮਕਸਦ ਸੀਗਾ ਵੀ ਜਲਦ ਤੋਂ ਜਲਦ ਸਿਰਫ ਇੱਕੋ ਹੀ ਇੱਕ ਜਿਹੜਾ ਮੇਰਾ ਕੰਮ ਆ ਉਹ MP ਵਜੋਂ ਆ, ਮੈਂ ਉਸ ਕੰਮ ਨੂੰ, ਉਹ ਮੇਰੀ ਇੱਕੋ ਹੀ ਇੱਕ ਜਿੱਥੇ ਮੈਂ ਤਨਖਾਹ ਲੈਂਦਾ ਵੀ ਉਹ ਸਹੀ ਤਰੀਕੇ ਨਾਲ ਨਿਭਾਉਣੀ ਆ। ਤੇ ਇੱਥੇ ਆ ਕੇ ਨਾਲੇ ਰੰਧਾਵਾ ਸਾਹਿਬ ਤੁਸੀਂ ਜਿਹੜਾ ਮੌਕਾ ਦਿੱਤਾ, ਤਾਂ ਜਿਹੜਾ ਪੰਜਾਬੀ ਨਾਲ ਜਿਹੜਾ ਪਿਆਰ ਆ ਇੱਥੇ, ਮੈਨੂੰ ਨਾਲੇ ਤੁਹਾਡੀ ਤਰੱਕੀ ਸਾਰਿਆਂ ਦੀ ਦੇਖ ਕੇ ਵੀ ਬਹੁਤ ਖੁਸ਼ੀ ਹੋਈ ਜੀ। ਥੈਂਕ ਯੂ ਭਾਈ, ਐਨ ਦਿਲ ਬਾਗੋ ਬਾਗ ਹੋ ਗਿਆ। ਧੰਨਵਾਦ ਜੀ। ਇੱਕ ਸਵਾਲ ਮੇਰਾ ਜਿਹੜਾ ਬਹੁਤ ਜ਼ਰੂਰੀ ਹੈ, ਤੁਸੀਂ ਇੱਕ ਦਸਤਾਰਧਾਰੀ ਸਿੱਖ ਲੀਡਰ ਹੋ, ਉੱਥੇ ਮੈਂਬਰ ਪਾਰਲੀਮੈਂਟ ਵੀ ਬਣੇ ਜੀ। ਬਹੁਤ ਸਾਰੇ ਨਵੇਂ ਬੱਚੇ, ਜਿਹੜੀ ਨੈਕਸਟ ਅਗਲੀ ਜਿਹੜੀ ਜਨਰੇਸ਼ਨ ਆ, ਉਹਨਾਂ ਨੂੰ ਵੀ ਦਿਮਾਗ 'ਚ ਆਉਂਦਾ ਹੋਊਗਾ ਵੀ ਅਸੀਂ ਵੀ ਇਸ ਤਰੀਕੇ ਨਾਲ ਬਣੀਏ ਜਿਸ ਤਰੀਕੇ ਨਾਲ ਤੁਸੀਂ ਇਸ ਉੱਚ ਮੁਕਾਮ ਤੇ ਪਹੁੰਚੇ ਹੋ। ਤੇ ਕੀ ਕਹਿਣਾ ਚਾਹੁੰਦੇ ਹੋ ਆਉਣ ਵਾਲੀ ਜਨਰੇਸ਼ਨ ਨੂੰ, ਉਹਨਾਂ ਨੂੰ ਕਿਵੇਂ ਰਾਜਨੀਤੀ ਵਿੱਚ ਜ਼ਿਆਦਾ ਕਰਨਾ ਚਾਹੀਦਾ, ਕਿ ਕਿਹੜੇ ਫੀਲਡ ਵਿੱਚ ਉਹ ਜਾਣ ਤਾਂ ਕਿ ਜਿਹੜੀ ਉਹਨਾਂ ਦੀ ਇੱਥੋਂ ਦੀ ਪਛਾਣ ਹੈ ਉਹ ਬਣ ਸਕੇ? ਬਹੁਤ ਵਧੀਆ ਸਵਾਲ ਹੈ। ਦੇਖੋ ਰੰਧਾਵਾ ਸਾਹਿਬ, ਮੈਂ ਸਮਝਦਾ ਵੀ ਜੇ ਮੇਰੇ ਵਰਗਾ ਉਸ ਮੁਕਾਮ ਤੇ ਪਹੁੰਚ ਸਕਦਾ ਹੈ, ਜਿਸ ਦੇ ਮਾਂ-ਬਾਪ ਕਿਸੇ ਹੋਰ ਦੇਸ਼ ਤੋਂ ਆਏ, ਉੱਥੇ ਉਹਨਾਂ ਨੇ ਆਪਣਾ ਘਰ-ਬਾਰ ਸਥਾਪਿਤ ਕੀਤਾ ਤੇ ਉਹ ਸਾਡੇ ਵਰਗਿਆਂ ਨੂੰ ਉੱਥੇ ਪੜ੍ਹਾਇਆ, ਜੇ ਮੇਰੇ ਵਰਗਾ ਉਸ ਮੁਕਾਮ ਤੇ ਪਹੁੰਚ ਸਕਦਾ ਤਾਂ ਮੈਂ ਸਮਝਦਾ ਕੋਈ ਵੀ ਪਹੁੰਚ ਸਕਦਾ ਹੈ। ਤੁਹਾਨੂੰ ਸਿਰਫ ਦ੍ਰਿੜ ਇਰਾਦੇ ਦੀ ਲੋੜ ਆ, ਮਿਹਨਤ ਮੁਸ਼ੱਕਤ ਕਰਨੀ ਬਹੁਤ ਜ਼ਰੂਰੀ ਹੈ। ਜਿਹੜਾ ਵੀ ਤੁਸੀਂ ਕਿੱਤਾ, ਜਿਹੜੀ ਵੀ ਪ੍ਰੋਫੈਸ਼ਨ ਤੁਸੀਂ ਚੁਣੋਗੇ, ਉਹ 'ਚ ਇੱਕ ਤਾਂ ਤੁਹਾਨੂੰ ਜਜ਼ਬਾ ਚਾਹੀਦਾ, ਦ ਪੈਸ਼ਨ, ਯੂ ਨੀਡ ਦ ਪੈਸ਼ਨ ਟੂ ਬੀ ਏਬਲ ਟੂ ਅੰਡਰਟੇਕ ਦੈਟ ਵਰਕ। ਸੋ ਇਹ ਬਹੁਤ ਜ਼ਰੂਰੀ ਆ। ਇਸ ਦੇ ਨਾਲ ਨਾਲ ਤੁਸੀਂ ਇਹ ਕੋਸ਼ਿਸ਼ ਕਰੋ ਵੀ ਆਪਣੀ
ਵਧੀਆ ਮੁਕਾਮ ਹਾਸਿਲ ਕਰੋ, ਪਰ ਕੁਛ ਸਮਾਜ ਦੀ ਜਿਸ ਇਲਾਕੇ 'ਚ ਤੁਸੀਂ ਰਹਿ ਰਹੇ ਹੋ, ਦੇਸ਼ ਦੇ ਵਿੱਚ ਤੁਸੀਂ ਰਹਿ ਰਹੇ ਆ, ਉਹਦੀ ਵੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਓ। ਪਰ ਤੁਸੀਂ ਇੱਕ ਤਾਂ ਪੜ੍ਹ ਲਿਖ ਕੇ ਜਿਹੜੀ ਵਿੱਦਿਆ ਜੋ ਹਾਸਿਲ ਕਰਨਾ ਇਹ ਵੀ ਬਹੁਤ ਜ਼ਰੂਰੀ ਮੈਂ ਸਮਝਦਾ ਹਾਂ। ਜੇ ਆਪਾਂ ਜੋ ਸਾਧਨ ਹੋਣ, ਜੇ ਪਰਿਵਾਰ ਦਾ ਸਾਥ ਹੋਵੇ, ਤੁਸੀਂ ਇਹ ਜ਼ਰੂਰ ਜੋ ਡਾਕਟਰ ਬਣਨਾ, ਵਕੀਲ ਬਣਨਾ, ਕੋਈ ਅਲੱਗ-ਅਲੱਗ ਜਿਹੜੇ ਇੰਜੀਨੀਅਰ ਬਣਨਾ, ਇਹ ਅਲੱਗ-ਅਲੱਗ ਪੇਸ਼ਿਆਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ। ਇਸ ਦੇ ਨਾਲ ਨਾਲ ਜਿਹੜੇ ਅਧਿਆਪਕ ਨੇ, ਟੀਚਰ, ਇਸ ਪ੍ਰੋਫੈਸ਼ਨ ਦੇ ਵਿੱਚ ਜਾਣਾ ਵੀ ਬਹੁਤ ਜ਼ਰੂਰੀ ਆ। ਮੀਡੀਆ ਦੇਖੋ, ਇਹ ਜੋ ਮੀਡੀਆ ਤੇ ਜਿਹੜਾ ਸਿਆਸਤ ਆ ਇਹ ਬਹੁਤ ਜ਼ਰੂਰੀ ਆ। ਇਸ ਦੇ ਵਿੱਚ ਮੈਂ ਸਮਝਦਾ ਕਿ ਘਾਟ ਆ ਜੋ ਸਿੱਖ ਭਾਈਚਾਰੇ, ਜੋ ਪੰਜਾਬੀ ਭਾਈਚਾਰੇ ਦੀ, ਉਸ ਦੇ ਵਿੱਚ ਹਜੇ ਹੋਰ ਹਿੱਸਾ ਲੈਣ ਦੀ ਲੋੜ ਆ, ਕਿਉਂਕਿ ਇਹ ਇਹੋ ਜਿਹੇ ਪੇਸ਼ੇ ਨੇ ਕਿ ਜਿਹੜੇ ਬਹੁਤ ਵੱਡਾ ਪ੍ਰਭਾਵ ਇਹਨਾਂ ਦਾ ਹੁੰਦਾ ਆ ਸਮੂਹ ਆਵਾਮ ਤੇ, ਲੋਕਾਂ ਤੇ, ਜਨਤਾ ਤੇ। ਇਹ ਜ਼ਰੂਰੀ ਆ ਕਿ ਆਪਾਂ ਇਹਨਾਂ ਦੇ ਵਿੱਚ ਜਿਹੜੇ ਕੁਛ ਬੱਚੇ ਜਾਂ ਬੱਚੀਆਂ ਉਹਦੇ ਪ੍ਰਤੀ ਰੁਚੀ ਦਿਖਾਉਂਦੀਆਂ ਨੇ, the ones that take an interest, we need to support them। ਉਹ ਬਹੁਤ ਜ਼ਰੂਰੀ ਆ ਕਿ ਆਪਾਂ ਇਹ ਕੰਮ ਕਰੀਏ। ਤੇ ਦੇਖੋ, ਇਸ ਦੇ ਨਾਲ ਨਾਲ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਸੇਵਾ ਭਾਵਨਾ ਲੈ ਕੇ ਆਪਾਂ ਜਿਹੜਾ ਕੰਮ ਕਰੀਏ। ਕਈਆਂ ਦਾ ਹੁੰਦਾ ਆ ਕਿ ਉਹ ਸਮਾਜ ਸੇਵਾ ਦੇ ਕੰਮ ਵਿੱਚ ਹਿੱਸਾ ਲੈਣਾ, ਕਈਆਂ ਦਾ ਹੁੰਦਾ ਕਿ ਉਹ ਜੋ ਕਿਸੇ ਚੈਰਿਟੀ ਆ ਵੋਲੰਟੀਅਰ ਕਰਨਾ, ਚਾਹੇ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਣੀ, ਚਾਹੇ ਜੋ ਸਕੂਲਾਂ ਦੇ ਵਿੱਚ ਸਕੂਲ ਗਵਰਨਰ ਬਣਨਾ, ਇਹ ਵੀ ਬਹੁਤ ਜ਼ਰੂਰੀ ਆ। ਕਈਆਂ ਨੇ ਆਪਣੇ ਸਪੋਰਟਸ ਕੋਚ ਬਣਨਾ ਹੁੰਦਾ ਆ, ਇਹ ਵੀ ਬਹੁਤ ਜ਼ਰੂਰੀ ਆ। ਕਈ ਖਿਡਾਰੀ ਬਣਨ ਦੀ ਸਮਰੱਥਾ ਰੱਖਦੇ ਨੇ, ਉਹ ਵੀ ਬਹੁਤ ਵਧੀਆ ਹੁੰਦਾ, ਕਿਉਂਕਿ ਜਦੋਂ ਖਿਡਾਰੀ ਬਣਦੇ ਨੇ ਤਾਂ ਉਹ ਜੇ ਤਾਂ ਬਹੁਤ ਵਧੀਆ ਖਿਡਾਰੀ ਹੋ ਗਏ ਰਾਸ਼ਟਰੀ ਪੱਧਰ 'ਤੇ ਜਾਂ ਅੰਤਰਰਾਸ਼ਟਰੀ ਪੱਧਰ 'ਤੇ, ਉਹਦਾ ਵੀ ਜਿਹੜੀ ਸਿੱਖੀ ਪਹਿਚਾਣ ਦੁਨੀਆ ਭਰ ਦੇ ਵਿੱਚ ਜਾਂਦੀ ਆ। ਸੋ ਮੈਂ ਇਹ ਵੀ ਮਾਂ-ਬਾਪ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਉੱਧਰ ਨੂੰ ਵੀ ਪ੍ਰੇਰਿਤ ਕਰੋ। ਸੋ ਆਪਣਾ ਸਿਰਫ ਦੇਖੋ ਪੈਸੇ ਬਣਾਉਣ 'ਚ ਨਹੀਂ, ਸਿਰਫ ਉਹ ਉੱਧਰ ਨੂੰ ਹੀ ਆਪਣਾ ਕੇਂਦਰ ਨਹੀਂ ਬਣਾਉਣਾ, ਉਹ ਜ਼ਰੂਰੀ ਆ, ਪਰ ਉਸ ਦੇ ਨਾਲ ਨਾਲ ਕਿ ਕੋਈ ਜਿਹੜੇ ਵਿਅਕਤੀ ਨੇ, ਕਈ ਸੱਭਿਆਚਾਰਕ ਤੌਰ 'ਤੇ ਆਰਟਸ ਐਂਡ ਕਲਚਰ, ਸੋ ਕਈ ਲੇਖਕ ਵਧੀਆ ਬਣ ਸਕਦੇ ਨੇ, ਉਹ ਵੀ ਬਹੁਤ ਵਧੀਆ ਗੱਲ ਆ। ਇਹ ਅਲੱਗ-ਅਲੱਗ ਕਿੱਤਿਆਂ ਨੂੰ ਆਪਾਂ ਨੂੰ ਪਹਿਚਾਨਣਾ ਚਾਹੀਦਾ, ਤਾਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਜੀ। ਬਹੁਤ ਅੱਛੇ ਟੇਸੀ ਸਾਹਿਬ, ਤੁਸੀਂ ਬਹੁਤ ਵਧੀਆ ਕੰਮ ਦੀਆਂ ਗੱਲਾਂ ਦੱਸੀਆਂ। ਤੁਹਾਡੇ ਨਾਲ ਗੱਲ ਕਰਕੇ ਸਾਡਾ ਇਹ ਜਿਹੜੀ ਅੱਜ ਦਾ ਮੁਲਾਕਾਤ ਪ੍ਰੋਗਰਾਮ ਆ ਉਹ ਖਤਮ ਕਰਨ ਨੂੰ ਜੀ ਨਹੀਂ ਕਰਦਾ, ਕਿਉਂਕਿ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਜਿਹੜੀਆਂ ਅੱਜ ਤੁਸੀਂ ਇਸ ਮੁਲਾਕਾਤ ਵਿੱਚ ਸਾਨੂੰ ਦੱਸੀਆਂ। ਤੇ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਜ਼ਰੂਰ ਤੁਹਾਡੇ ਇਸ ਦਿੱਖ ਤੋਂ ਪ੍ਰੇਰਿਤ ਹੋਊਗੀ, ਕੁਛ ਨਾ ਕੁਛ ਸਿੱਖਣ ਨੂੰ ਉਹਨਾਂ ਨੂੰ ਜ਼ਰੂਰ ਮਿਲਿਆ ਹੋਊਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਰੰਧਾਵਾ ਸਾਹਿਬ, ਤੁਹਾਡਾ ਤਾਂ ਪੰਜਾਬ ਮੇਲ USA ਦਾ। ਸਤਿ ਸ਼੍ਰੀ ਅਕਾਲ ਜੀ।